ਟੈਨਸ਼ਨ ਅਚਾਨਕ ਨਾ ਮਿਲਣ ਕਾਰਨ ਤੇ ਮੈਂ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਹੀ ਪਤਾ ਲੱਗਾ ਵੀ ਮੈਂ ਕੱਲ ਨੂੰ ਰਿਟਾਇਰ ਹੋਣਾ। ਇਹਨਾਂ ਨੇ ਬਹੁਤ ਜ਼ਿਆਦਾ ਮੈਨੂੰ ਮਤਲਬ ਮੋਟੀਵੇਟ ਨਾ ਹਰ ਇੱਕ ਫੀਲਡ ਦੇ ਵਿੱਚ ਹੀ, ਜਿਵੇਂ ਮੈਰਿਜ ਹੋਈ, ਮੈਰਿਜ ਤੋਂ ਬਾਅਦ ਮਤਲਬ ਮੈਂ ਕਾਫੀ ਸਟੱਡੀ ਕੀਤੀ। ਪਹਿਲਾਂ ਐਮਏ ਪੰਜਾਬੀ ਕੀਤੀ, ਫਿਰ ਐਮਕਾਮ ਕੀਤੀ। ਮੈਂ ਇਹਨਾਂ ਦੀ ਕਾਫੀ ਹੈਲਪ ਕਰਦਾ ਸੀਗਾ, ਜਿਹਦੇ ਨਾਲ ਲੱਗਦਾ ਸੀਗਾ ਵੀ ਮੈਂ ਰਿਟਾਇਰ ਨਹੀਂ ਹਾਂ, ਮੇਰੀਆਂ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੈਗੀਆਂ ਨੇ। ਵੀ ਮੈਂ ਤਾਂ ਇਹਨਾਂ ਤੋਂ ਬਹੁਤ ਕੁਝ ਮਤਲਬ ਹੁਣ ਵੀ ਸਿੱਖਦੀ ਰਹਿਣੀ ਆ। ਕਦੇ ਵੀ ਇਹ ਮਤਲਬ ਹਮੇਸ਼ਾ ਪੋਜ਼ਿਟਿਵ ਰਹਿੰਦੇ ਆ। ਇੰਨੀ ਗਰੀਬੀ ਵਾਲੇ ਸੀਗੇ ਕਿ ਦੱਸਣੇ ਵੀ ਮੁਸ਼ਕਲ ਨੇਗੇ। ਮੈਰਿਜ ਤੋਂ ਬਾਅਦ ਅਸੀਂ ਅੱਡ ਕਦੇ ਨਹੀਂ ਗਏ ਵੀ ਮੈਂ ਇਕੱਲੇ ਮੇਲ ਨਾਲ ਜਾ ਵੜਿਆ, ਟੀਚਰ ਦੇ ਨਾਲ ਵਗ ਜਾ, ਐਂ ਕਦੇ ਨਹੀਂ ਹੋਇਆ। ਕਹਿੰਦਾ ਜਦੋਂ ਕਿਸੇ ਕੋਲੇ ਆਉਣਾ ਜਾਣਾ ਹੋਵੇ ਨਾ, ਕਹਿੰਦਾ ਦਿਲ ਵੱਡੇ ਚਾਹੀਦੇ ਆ, ਘਰ ਭਾਵੇਂ ਕਿੱਡੇ ਛੋਟੇ ਹੋਣ। ਵੀ ਆਪਾਂ ਨੇ ਤਾਂ ਜੇ ਇੱਥੇ ਕੋਈ ਨੌਕ ਵੀ ਕਰਦੀ ਹੈ, ਸਿੱਖਿਆ ਦਿੱਤੀ ਜਾਂਦੀ ਹੈ ਵੀ ਪਹਿਲਾਂ ਅਰਨ ਨਾ ਖੋਲ੍ਹੋ, ਪੁੱਛ ਲਿਓ ਵੀ ਕੌਣ ਆ। ਬਿਲਕੁਲ ਸਹੀ ਗੱਲ। ਸ਼ਹਿਰਾਂ ਵਿੱਚ ਮਤਲਬ ਸ਼ੱਕ ਦੀ ਨਜ਼ਰ ਨਾ ਕਰਦੇ, ਉਹ ਬਿਲਕੁਲ ਹੀ ਨਹੀਂ ਸਾਨੂੰ ਜਾਣਦੇ, ਤੇ ਉਹ ਸਾਨੂੰ ਕਿਵੇਂ ਆਫਰ ਕਰ ਰਿਹਾ ਵੀ ਦੁੱਧ 'ਚ ਪੱਤੀ ਪਾ ਕੇ ਦੇ ਰਹੇ ਆ। ਸਾਨੂੰ ਵੀ ਜਦੋਂ ਅਸੀਂ ਕਿਸੇ ਦੂਜੀ ਸਟੇਟ 'ਚ ਜਾਂਦੇ ਹਾਂ ਤਾਂ ਸਾਡਾ ਵਿਹਾਰ ਵੀ ਇਦਾਂ ਦਾ ਹੋਣਾ ਚਾਹੀਦਾ ਵੀ ਜਦੋਂ ਅਸੀਂ ਉੱਠ ਕੇ ਆਈਏ ਅਗਲਾ ਵੀ ਸਾਡੀਆਂ ਗੱਲਾਂ ਕਰੇ। ਜੇ ਆਪਾਂ ਪੂਜਾ ਕਰੀ ਜਾਂਦੇ ਆ, ਡਿਊਟੀ ਪ੍ਰਤੀ ਸਿੰਸੀਅਰ ਨਹੀਂ ਹੈਗੇ, ਤਾਂ ਫਿਰ ਉਸ ਪੂਜਾ ਦਾ ਵੀ ਕੋਈ ਫਾਇਦਾ ਨਹੀਂ। ਮੈਨੂੰ ਇਹ ਅਸਲ 'ਚ ਚੰਗੇ ਬਹੁਤ ਲੱਗਦੇ ਸੀ। ਇਹ ਗੱਲ ਉਹ ਫਿਰ ਬਹੁਤ ਸਮਝ ਨਹੀਂ ਲੱਗਦੀ। ਦੂਜੀ ਗੱਲ ਮੇਰੇ ਮਾਸੀ ਜੀ ਸੀ ਇਹਨਾਂ ਦੀ ਉਮਰ ਦੇ, ਮੈਨੂੰ ਐ ਵੀ ਜੇ ਉਹਨਾਂ ਨਾਲ ਇਹਨਾਂ ਦੀ ਮੈਰਿਜ ਹੋ ਜੇ ਤਾਂ ਮੈਂ ਕਿਸੇ ਨੂੰ ਦੱਸਿਆ ਨਹੀਂ। ਇਹਨਾਂ ਕੋਲ ਕਹਿੰਦੇ ਹੋਰ ਮੈਨੂੰ ਉੱਥੇ ਵਸਾਉਣ ਲੱਗੇ। ਤੇ ਮਾਤਾ ਜੀ ਮੈਂ ਤੁਸੀਂ ਵਿਆਹ ਹੀ ਨਾ ਕਰੋ ਤਾਂ ਜ਼ਿਆਦਾ ਠੀਕ ਹੈ। ਜੇ ਵਿਆਹ ਕਰਨਾ ਹੈ ਤਾਂ ਉਹ ਬੱਚੇ ਨੂੰ ਤੁਸੀਂ ਅੱਡ ਕਰ ਦਿਓ। ਤਾਂ ਮੈਂ ਭਾਵੇਂ ਆਪਣੇ ਮਾਤਾ ਜੀ ਦੀ ਕਦਰ ਕਰਦਾ ਸੀਗਾ, ਪਰ ਜਿਹੜੀ ਗੱਲ ਮੈਨੂੰ ਠੀਕ ਲੱਗਦਾ ਸੀ ਮੈਂ ਉਹ ਵੀ ਕਰਦਾ ਸੀ। ਸਾਡਾ ਤਾਂ ਪਹਿਲਾਂ ਨਾਲੋਂ ਐਂ ਕਹਿ ਲਓ ਵੀ ਮੋਹ ਮੁਹੱਬਤ ਵੱਧ ਹੀ ਹੈ, ਮਤਲਬ ਵੱਧ ਰਿਹਾ, ਕੋਈ ਐ ਨਹੀਂ ਵੀ ਦਿਨੋਂ ਦਿਨ ਤਾਂ ਚੰਗਾ ਹੀ ਲੱਗ ਰਿਹਾ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਮੁਹੱਬਤਨਾਮਾ। ਅੱਜ ਫਿਰ ਇੱਕ ਨਵੇਂ ਜੋੜੇ ਨਾਲ ਹਾਜ਼ਰ ਹਾਂ। ਉਹਨਾਂ ਦਾ ਨਾਂ ਹੈ ਮੈਮ ਰੇਸ਼ਮਾ ਜੀ, ਅਤੇ ਉਹਨਾਂ ਦੇ ਪਤੀ ਆਪਣੇ ਨਾਲ ਰਾਜਕੁਮਾਰ ਜੀ ਹੋਣਗੇ। 41 ਵਰ੍ਹਿਆਂ ਦਾ ਸਫ਼ਰ ਉਹਨਾਂ ਨੇ ਤੈਅ ਕਰ ਲਿਆ ਇਕੱਠੇ, ਪਰ ਉਹਨਾਂ ਦਾ ਕਹਿਣਾ ਹੈ ਕਿ ਜਾਣਦੇ ਅਸੀਂ ਇਸ ਤੋਂ ਵੀ ਜ਼ਿਆਦਾ ਲੰਮੇ ਸਮੇਂ ਤੋਂ ਆ ਇੱਕ ਦੂਜੇ ਨੂੰ। 50 ਵਰ੍ਹਿਆਂ ਦਾ ਸਾਥ ਹੈ ਉਹਨਾਂ ਦਾ, ਜਿਹੜਾ ਕਿ ਜੇ ਕਹਿ ਲਈਏ ਤਾਂ ਅੱਧੀ ਸਦੀ ਦਾ ਸਫ਼ਰ ਆ ਜਿਹੜਾ ਉਹ ਉਹਨਾਂ ਨੇ ਇਕੱਠੇ ਤੈਅ ਕੀਤਾ। ਦੋਨੋਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ ਨੇ। ਇਸ ਵਕਤ ਰਿਟਾਇਰ ਹੋ ਚੁੱਕੇ ਨੇ ਆਪਣੀਆਂ ਨੌਕਰੀਆਂ ਤੋਂ। ਇੱਕ ਪਿਆਰਾ ਜਿਹਾ ਬੇਟਾ ਉਹਨਾਂ ਦਾ, ਅਤੇ ਨੂੰਹ ਜਿਹੜੀ ਕਿ ਅਧਿਆਪਨ ਦੇ ਕਿੱਤੇ ਨਾਲ ਹੀ ਜੁੜੀ ਹੋਈ ਹੈ। ਬੇਟਾ ਉਹਨਾਂ ਦਾ ਡਾਕਟਰ ਹੈ। ਇੱਕ ਬਹੁਤ ਹੀ ਪਿਆਰਾ ਜਿਹਾ 9 ਸਾਲ ਦਾ ਉਹਨਾਂ ਦਾ ਪੋਤਰਾ ਹੈ, ਜਿਹਦੇ ਨਾਲ ਅੱਜ ਕੱਲ੍ਹ ਉਹ ਬਹੁਤ ਸੋਹਣਾ ਵਕਤ ਬਿਤਾ ਰਹੇ ਨੇ। ਬਠਿੰਡੇ ਜ਼ਿਲ੍ਹੇ ਦੇ ਸ਼ਹਿਰ ਰਾਮਪੁਰਾ ਵਿਖੇ ਰਹਿੰਦੇ ਨੇ। ਉਹਨਾਂ ਨੂੰ ਆਪਾਂ ਜੀ ਆਇਆਂ ਕਹਿੰਦੇ ਹਾਂ, ਅਤੇ ਉਹਨਾਂ ਤੋਂ ਸੁਣਾਂਗੇ ਕਿ ਇਹ ਅੱਧੀ ਸਦੀ ਦਾ ਸਫ਼ਰ ਉਹਨਾਂ ਨੇ ਇੱਕ ਦੂਜੇ ਨਾਲ ਕਿਵੇਂ ਕੱਢਿਆ, ਕਿਵੇਂ ਉਹਨਾਂ ਨੇ ਇੱਕ ਦੂਜੇ ਨੂੰ ਚੁਣਿਆ ਕਿ ਜ਼ਿੰਦਗੀ 'ਚ ਇਹ ਸਾਥੀ ਹੈ ਜਿਹੜਾ ਮੇਰੇ ਲਈ ਬਹੁਤ ਸੋਹਣਾ ਰੋਲ ਨਿਭਾ ਸਕਦਾ ਹੈ, ਮੇਰੀ ਜ਼ਿੰਦਗੀ ਇਹਦੇ ਨਾਲ ਖੂਬਸੂਰਤ ਹੋ ਸਕਦੀ ਹੈ। ਅਤੇ ਇੱਕ ਚੀਜ਼ ਮੈਨੂੰ ਇਸ ਜੋੜੇ 'ਚ ਬਹੁਤ ਹੈਰਾਨੀ ਵਾਲੀ ਲੱਗੀ ਕਿ ਉਸ ਵਕਤ ਜਦੋਂ ਲੋਕ 2 ਜਾਂ 3 ਨਿਆਣਿਆਂ ਨੂੰ ਪਹਿਲ ਦਿੰਦੇ ਸੀ, ਉਸ ਵਕਤ ਵੀ ਇਹਨਾਂ ਨੇ ਇੱਕ ਪੁੱਤਰ ਨੂੰ ਹੀ ਪਹਿਲ ਦਿੱਤੀ। ਅਤੇ ਇਹ ਵੀ ਇਹਨਾਂ ਦਾ ਫੈਸਲਾ ਕਿਉਂ ਸੀ, ਕਿਵੇਂ ਸੀ, ਅਤੇ ਅੱਜ ਉਸ ਫੈਸਲੇ ਨਾਲ ਵੀ ਉਹ ਕਿੰਨੇ ਕੁ ਖੁਸ਼ ਨੇ, ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਉਹਨਾਂ ਨਾਲ ਕਰਾਂਗੇ। ਮੁਹੱਬਤਨਾਮੇ ਦਾ ਹਮੇਸ਼ਾ ਮਕਸਦ ਹੁੰਦਾ ਹੈ ਕਿ ਦੂਜੇ ਜੋੜਿਆਂ ਤੋਂ ਤੁਸੀਂ ਕੋਈ ਅਜਿਹੀ ਸੇਧ ਲੈ ਸਕੋ ਕਿ ਤੁਹਾਨੂੰ ਲੱਗੇ ਕਿ ਵਿਆਹੁਤਾ ਜ਼ਿੰਦਗੀ ਦੇ ਵਿੱਚ ਆਈਆਂ ਉਲਝਣਾਂ ਇੰਨੀਆਂ ਵੱਡੀਆਂ ਨਹੀਂ ਹੁੰਦੀਆਂ, ਜੇ ਅਸੀਂ ਇੱਕ ਦੂਜੇ ਦੇ ਸਾਥ ਨਾਲ ਉਹਨਾਂ ਨੂੰ ਥੋੜ੍ਹੀਆਂ ਛੋਟੀਆਂ ਸਮਝ ਕੇ ਹੱਲ ਕਰਦੇ ਰਹੀਏ। ਅਕਸਰ ਆਪਾਂ ਕਹਿ ਦਿੰਦੇ ਹਾਂ ਕਿ ਘਰ ਮੁਰੰਮਤ ਮੰਗਦੇ ਨੇ, ਪਰ ਰਿਸ਼ਤੇ ਵੀ ਸਮੇਂ ਦੇ ਨਾਲ ਮੁਰੰਮਤ ਮੰਗਦੇ ਨੇ। ਅਤੇ ਅਕਸਰ ਅਸੀਂ ਘਰਾਂ ਦੀ ਮੁਰੰਮਤ ਜਾਂ ਘਰਾਂ ਦੀ ਖੂਬਸੂਰਤੀ 'ਤੇ ਇੰਨਾ ਧਿਆਨ ਦਿੰਦੇ ਹਾਂ ਕਿ ਰਿਸ਼ਤਿਆਂ ਨੂੰ ਨਾ ਮੁਰੰਮਤ ਦਿੰਦੇ ਹਾਂ ਅਤੇ ਨਾ ਹੀ ਉਹਨਾਂ ਦੀ ਖੂਬਸੂਰਤੀ 'ਤੇ ਧਿਆਨ ਦਿੱਤਾ ਜਾਂਦਾ। ਇਸੇ ਮਕਸਦ ਨਾਲ ਇਹ ਪ੍ਰੋਗਰਾਮ ਮੁਹੱਬਤਨਾਮਾ ਸ਼ੁਰੂ ਹੋਇਆ ਸੀ। ਦੋਵਾਂ ਜੀਆਂ ਨੂੰ ਆਪਾਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਤੁਹਾਨੂੰ ਦੋਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ? ਠੀਕ ਹੈ ਜੀ, ਬਹੁਤ ਵਧੀਆ।
ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹੂੰਗੀ ਕਿ ਤੁਹਾਡੀ ਰਿਟਾਇਰਮੈਂਟ ਨੂੰ ਕਿੰਨੇ ਸਾਲ ਹੋ ਗਏ ਤੁਹਾਡੀ? ਮੇਰੀ ਰਿਟਾਇਰਮੈਂਟ ਨੂੰ ਜੀ ਮੈਂ 2010 ਵਿੱਚ ਰਿਟਾਇਰ ਹੋਇਆ ਸੀਗਾ। ਅੱਛਾ ਜੀ। ਤੇ ਆਂਟੀ ਤੁਸੀਂ? ਮੈਂ 2019 ਚ ਜੀ। ਅੱਛਾ ਜੀ, ਤੁਹਾਨੂੰ ਹਜੇ 3 ਸਾਲ ਹੋਏ ਨਾ? ਹਾਂਜੀ। ਤੇ ਰਿਟਾਇਰਮੈਂਟ ਤੋਂ ਬਾਅਦ ਵਾਲਾ ਜਿਹੜਾ ਸਮਾਂ ਤੁਹਾਡਾ ਹੁਣ ਕਿਵੇਂ ਲੰਘ ਰਿਹਾ? ਬਹੁਤ ਵਧੀਆ ਲੰਘ ਰਿਹਾ। ਹਾਂਜੀ ਹਾਂਜੀ, ਬਹੁਤ ਵਧੀਆ ਲੰਘ ਰਿਹਾ। ਮਤਲਬ ਅਸੀਂ ਜਿਵੇਂ ਹੁਣ ਆਏ ਵੀ ਉਸ ਤੋਂ ਬਾਅਦ ਹੁਣ ਸਾਨੂੰ ਇਹ ਲੱਗਦਾ ਵੀ ਫਿਜ਼ੀਕਲੀ ਅਸੀਂ ਦੋਨੋਂ ਫਿੱਟ ਹਾਂ ਤੇ ਹੁਣ ਸਾਡੇ ਕੋਲੇ ਕਾਫੀ ਫ੍ਰੀ ਟਾਈਮ ਹੁੰਦਾ। ਅਸੀਂ ਜਿਵੇਂ ਹੁਣ ਇਹਨਾਂ ਨੂੰ ਸਾਨੂੰ ਘੁੰਮਣ ਦਾ ਸ਼ੌਂਕ ਹੈ, ਮੇਰੇ ਹਸਬੈਂਡ ਨੂੰ ਜ਼ਿਆਦਾ ਮਤਲਬ ਘੁੰਮਣ ਦਾ ਸ਼ੌਂਕ ਸੀ, ਉਹਦੇ ਨਾਲ ਮੇਰਾ ਵੀ ਬਣ ਗਿਆ। ਅਸੀਂ ਬਹੁਤ ਦੂਰ ਦੂਰ ਜਿਵੇਂ ਆਪ ਗੱਡੀ ਇਹ ਲੈ ਕੇ ਜਾਂਦੇ ਆ ਡਰਾਈਵ ਕਰਕੇ, ਤੇ ਅਸੀਂ 15-15 ਦਿਨ ਦਾ 10 ਦਿਨ 15 ਦਿਨ ਤਕਰੀਬਨ ਸਾਲ 'ਚ 1 ਵਾਰ 2 ਵਾਰ ਅਸੀਂ ਮਤਲਬ ਜਾਂਦੇ ਹਾਂ। ਤੇ ਇਹ ਸਾਨੂੰ ਵਧੀਆ ਮਤਲਬ ਵੀ ਮੌਕਾ ਮਿਲੇਗਾ। ਬਾਕੀ ਫਿਰ ਇੱਥੇ ਹੁਣ ਪਹਿਲਾਂ ਅਸੀਂ ਰਾਮਪੁਰਾ ਫੁੱਲ ਰਹਿੰਦੇ ਸੀ, ਬੇਟਾ ਤੇ ਡਾਟਰ ਇਨ ਲਾ ਇੱਥੇ ਸੀਗੇ। ਹੁਣ ਅਸੀਂ ਮਤਲਬ ਕਾਫੀ ਟਾਈਮ ਆਪਦਾ ਇੱਥੇ, ਹੁਣ ਸਾਨੂੰ 6-7 ਮਹੀਨੇ ਹੋ ਗਏ ਇੱਥੇ ਮਤਲਬ ਆਇਆ ਨੂੰ ਰਿਟਾਇਰਮੈਂਟ ਤੋਂ ਬਾਅਦ। ਹੁਣ ਅਸੀਂ ਆਪਦੀ ਫੈਮਿਲੀ 'ਚ ਇੱਥੇ ਆਪਦਾ ਟਾਈਮ ਹੈ ਜਿਹੜਾ ਵਧੀਆ ਮਤਲਬ ਬੱਚਿਆਂ ਨਾਲ ਗੁਜ਼ਾਰਦੇ ਹਾਂ। ਉਹਨਾਂ ਨੂੰ ਜਿਹੜਾ ਕੋਈ ਫੈਮਿਲੀ 'ਚ ਕੋਈ ਹੈਲਪ ਵਗੈਰਾ ਹੋਰ ਸਾਰਾ ਵਧੀਆ ਮਤਲਬ ਸਾਡਾ ਟਾਈਮ ਹੈ ਜਿਹੜਾ ਲੰਘ ਰਿਹਾ ਹੈ। ਅੰਕਲ ਵੈਸੇ ਲੋਕ ਕਹਿ ਦਿੰਦੇ ਆ ਨਾ ਵੀ ਔਰਤਾਂ ਛੇਤੀ ਘਰੇ ਐਡਜਸਟ ਹੋ ਜਾਂਦੀਆਂ ਨੇ, ਹੈ ਨਾ। ਚਾਹੇ ਹੁਣ ਜਿਵੇਂ ਉਹਨਾਂ ਨੇ ਜੌਬ ਛੱਡੀ ਨੂੰ ਹਲੇ 3 ਸਾਲ ਹੀ ਹੋਏ ਨੇ, ਵੀ ਉਹ ਕਹਿੰਦੇ ਵੀ ਮੇਰਾ ਵਧੀਆ ਵੀ ਘਰੇ ਟਾਈਮ ਸਪੈਂਡ ਕਰਦੇ ਨੇ ਤੇ ਘੁੰਮਣ ਫਿਰਨ ਦਾ ਤੁਹਾਨੂੰ ਸ਼ੌਂਕ ਆ। ਪਰ ਕਈ ਵਾਰੀ ਆਪਾਂ ਜਦੋਂ ਜੌਬ ਤੋਂ ਰਿਟਾਇਰ ਬੰਦਿਆਂ ਨੂੰ ਮਿਲਦੇ ਹਾਂ, ਕਹਿੰਦੇ ਵੀ ਬੰਦਿਆਂ ਲਈ ਬਹੁਤ ਔਖਾ ਹੁੰਦਾ, ਕਿਉਂਕਿ ਤੁਹਾਨੂੰ ਇੱਕ ਆਦਤ ਪੈ ਜਾਂਦੀ ਹੈ ਨੌਕਰੀ 'ਤੇ ਜਾਣ ਦੀ। ਫਿਰ ਉਹ ਥੋੜ੍ਹੀ ਜਿਹੀ ਹੁੰਦੀ ਹੈ ਕਿ ਜਦੋਂ ਆਪਾਂ ਕਿਸੇ ਸਰਕਾਰੀ ਅਹੁਦੇ 'ਤੇ ਹੁੰਦੇ ਹਾਂ ਤਾਂ ਸਾਡੀ ਥੋੜ੍ਹੀ ਜਿਹੀ ਜੀ ਹਜ਼ੂਰੀ ਵੀ ਵੱਧ ਹੁੰਦੀ ਹੈ ਨਾ। ਅਤੇ ਤੁਸੀਂ ਕਿਵੇਂ ਇਸ ਸਮੇਂ ਨੂੰ ਦੇਖ ਰਹੇ ਹੋ? ਵੀ ਤੰਗ ਹੋ ਕਿ ਤੁਹਾਡਾ ਵੀ ਲੱਗਦਾ ਵੀ ਨਹੀਂ ਮੈਨੂੰ ਸਹੀ ਹੈ? ਹਾਂਜੀ, ਐਕਚੁਅਲੀ ਜੋ ਮੈਂ ਮਹਿਸੂਸ ਕਰਦਾ ਕਿ ਰਿਟਾਇਰਮੈਂਟ ਹੋਣ ਤੋਂ ਪਤਾ ਹੀ ਬਾਅਦ 'ਚ ਲੱਗਦਾ ਕਿ ਮੈਂ ਕੀ ਮਹਿਸੂਸ ਕਰੂੰਗਾ। ਅੱਛਾ ਜੀ। ਹਾਂ, ਕਿਉਂਕਿ ਮੈਂ ਜਦੋਂ ਰਿਟਾਇਰ ਹੋਇਆ ਤਾਂ ਪ੍ਰਿੰਸੀਪਲ ਸੀ, ਤਾਂ ਮੈਂ ਸਕੂਲ 'ਚ ਬਹੁਤ ਇਨਵੋਲਵ ਸੀਗਾ। ਤਾਂ ਐਕਸਟੈਂਸ਼ਨ ਅਚਾਨਕ ਨਾ ਮਿਲਣ ਕਾਰਨ ਤੇ ਮੇਰੇ ਰਿਟਾਇਰਮੈਂਟ ਤੋਂ 1 ਦਿਨ ਪਹਿਲਾਂ ਹੀ ਪਤਾ ਲੱਗਾ ਵੀ ਮੈਂ ਕੱਲ੍ਹ ਨੂੰ ਰਿਟਾਇਰ ਹੋਣਾ। ਅੱਛਾ ਜੀ। ਅਚਾਨਕ ਐਂ ਹੋਇਆ। ਹਾਂਜੀ। ਤੇ ਮੈਂ ਰਿਟਾਇਰ ਹੋ ਗਿਆ ਤਾਂ ਘਰੇ ਬੇਟੇ ਦੀ ਮਤਲਬ ਥੋੜ੍ਹੇ ਚਿਰ ਬਾਅਦ ਹੀ ਅਸੀਂ ਜਿਵੇਂ ਮਾਰਚ 'ਚ ਹੋਇਆ, ਅਕਤੂਬਰ 'ਚ ਮੈਰਿਜ ਸੀ, ਗੱਲਬਾਤ ਇੱਥੇ ਥੋੜ੍ਹੀ ਚੱਲ ਰਹੀ ਸੀਗੀ। ਹਾਂਜੀ। ਤਾਂ ਕੁਛ ਤਾਂ ਅਸੀਂ ਉਸ ਮੈਰਿਜ ਨੂੰ ਮਤਲਬ ਇੰਜੋਏ ਕਰਨ ਲਈ ਉੱਧਰ ਇਨਵੋਲਵ ਹੋ ਗਿਆ ਮੈਂ। ਦੂਜੀ ਗੱਲ, ਜਦੋਂ ਮੈਂ ਰਿਟਾਇਰ ਹੋ ਗਿਆ, ਇਹ ਜੀ ਹਜ਼ੂਰੀ ਦਾ ਨਾ ਮੇਰੇ ਇੱਕ ਪਾਰਟ ਨਹੀਂ ਲਾਈਫ ਦਾ। ਵੀ ਮੈਂ ਕਦੇ ਐਕਸਪੈਕਟ ਨਹੀਂ ਕੀਤੀ ਸੀ ਸਾਰੇ ਅਹੁਦਿਆਂ 'ਚ ਵੀ ਮੈਨੂੰ ਕੋਈ ਐਂ ਕਹੇ। ਮੈਂ ਚਾਹੁੰਦਾ ਸੀ ਮੈਂ ਕਿਸੇ ਦਾ ਕੀ ਕਰ ਸਕਦਾ। ਉਹ ਗੱਲ ਜੀ ਹਜ਼ੂਰੀ ਵਾਲਾ ਤਾਂ ਸੀ ਨਹੀਂ। ਸਗੋਂ ਜਦੋਂ ਮੈਂ ਰਿਟਾਇਰ ਹੋਇਆ ਉਦੋਂ ਪਹਿਲਾਂ ਹੀ ਕੁਛ ਜਿਹੜੇ ਮੇਰੇ ਪ੍ਰੋਜੈਕਟ ਐਂ ਲੱਗਦਾ ਹੁੰਦਾ ਸੀ ਮੈਂ ਹੁਣ ਕਰ ਨਹੀਂ ਸਕਦਾ, ਤਾਂ ਉਹ ਜਨੂੰਨ ਨਾਲ ਮੈਂ ਉਹਨਾਂ ਦੇ ਵਿੱਚ ਉਹ ਹੋ ਗਿਆ, ਇਨਵੋਲਵ ਹੋ ਗਿਆ। ਹਾਂਜੀ। ਲਾਈਕ ਕਿ ਮੈਂ ਲੋਕਲ ਫੋਟੋਗ੍ਰਾਫੀ ਕਰਨ ਨਿਕਲ ਜਾਣਾ। ਬੀੜਾਂ ਦੇ ਵਿੱਚ ਫੂਲ ਦਾ ਸਾਡੇ ਕਿਲ੍ਹਾ ਹੈ, ਉਹਦੇ ਖੰਡਰ ਮੈਨੂੰ ਅਟਰੈਕਟ ਕਰਦੇ ਆ, ਮੈਨੂੰ ਨਹੀਂ ਪਤਾ ਕਿਉਂ ਕਰਦੇ ਆ। ਜੇ ਨੇੜੇ ਤੇੜੇ ਆਲੇ ਦੁਆਲੇ ਦੇ ਮਹਿੰਦੀਆਣਾ ਜਿਵੇਂ ਆਪਣੇ ਹੈ ਉੱਧਰ ਜਾ ਬੜੇ, ਬੀੜਾਂ ਦੇ ਵਿੱਚ ਜਾਣਾ, ਗੋਬਿੰਦਪੁਰੇ ਦੀਆਂ ਝੀੜੀਆਂ ਜਾਣਾ, ਨਹਿਰਾਂ 'ਤੇ ਜਾਣਾ, ਉਹ ਮੈਨੂੰ ਜ਼ਿਆਦਾ ਮਤਲਬ ਮੌਕਾ ਮਿਲ ਗਿਆ। ਤਾਂ ਦੂਜੀ ਜਿਹੜੀ ਇੰਪੋਰਟੈਂਟ ਗੱਲ ਹੈ, ਇਹ ਤਾਂ ਸੀ ਮੇਰੀ ਇਕੱਲੀ ਨਿੱਜੀ, ਕਿ ਜਦੋਂ ਉਹ ਸਮਾਂ ਸੀ 2010 ਦਾ, ਉਹ ਇਹਨਾਂ ਲਈ ਵੀ ਬਹੁਤ ਟਫ ਸੀਗਾ ਕਿਉਂਕਿ ਇਹ ਆਫੀਸ਼ੀਏਟ ਕਰ ਰਹੇ ਸੀ ਵੱਡੇ ਸਕੂਲਾਂ ਨੂੰ। ਤਾਂ ਲਗਭਗ ਮੈਂ ਇਹਨਾਂ ਦੀ ਕਾਫੀ ਹੈਲਪ ਕਰਦਾ ਸੀਗਾ, ਜਿਹਦੇ ਨਾਲ ਲੱਗਦਾ ਸੀਗਾ ਵੀ ਮੈਂ ਰਿਟਾਇਰ ਨਹੀਂ ਹਾਂ, ਮੇਰੀਆਂ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੈਗੀਆਂ। ਹਾਂ, ਮਤਲਬ ਕਿ ਇੰਨਾ ਅਸੀਂ ਬਿਜੀ ਹੋਏ ਸੀਗੇ ਤੇ ਐਂ ਲੱਗਦਾ ਨਹੀਂ ਸੀ ਵੀ ਅਸੀਂ ਰਿਟਾਇਰ ਹੋਏ ਹਾਂ ਜਾਂ ਕੋਈ ਹੈਗਾ, ਵੀ ਐਂ ਲੱਗਦਾ ਵੀ ਜੇ ਰਿਟਾਇਰ ਨਾ ਹੁੰਦੇ ਤਾਂ ਇਹਨਾਂ ਨੂੰ ਸਕੂਲ ਚੱਲਣ 'ਚ ਕਿਤੇ ਸਮੱਸਿਆ ਨਾ ਹੁੰਦੀ। ਮੈਂ ਜਿਵੇਂ 2010 ਚ ਆਫੀਸ਼ੀਏਟ ਕਰਦੀ ਸੀ ਨਾ ਰਾਮਪੁਰਾ ਪਿੰਡ, ਮਤਲਬ ਉੱਥੇ ਸਕੂਲ ਵੱਡਾ ਸੀ, ਕਲਰਕ ਕੋਈ ਹੈ ਨਹੀਂ ਸੀ। ਫਿਰ ਉਸ ਟਾਈਮ ਤੇ ਮਤਲਬ ਇਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਵੀ ਕੰਪਿਊਟਰ ਸਿੱਖ ਤੂੰ ਆਪ। ਫਿਰ ਮੈਂ ਆਪ ਕੰਪਿਊਟਰ ਸਿੱਖਿਆ, ਪੇ ਬਿੱਲ ਵਗੈਰਾ ਸਾਰੇ ਸਟਾਫ ਦੇ ਅਸੀਂ ਰਲ ਕੇ ਦੋਨੋਂ ਮਤਲਬ ਜੇ ਏਰੀਅਰ ਬਿੱਲ ਮਹੀਨਾ ਲਾਇਆ ਸੀ ਪੂਰਾ, ਮਤਲਬ ਨਾ ਸਾਰੇ ਸਟਾਫ ਦੇ ਏਰੀਅਰ ਬਿੱਲ ਬਣਾਏ, ਪਾਸ ਕਰਾਏ। ਤਾਂ ਉਹ ਕਾਫੀ ਜ਼ਿਆਦਾ ਅਸੀਂ ਮਤਲਬ ਸਕੂਲ ਦੇ ਕੰਮ ਹੈ ਜਿਹੜੇ ਉਹ 'ਚ ਬਹੁਤ ਇਨਵੋਲਵ ਮਤਲਬ ਰਹਿੰਦੇ ਸੀ। ਅੱਛਾ ਜੀ। ਨਹੀਂ ਵਧੀਆ, ਇਹ ਮਤਲਬ ਬਹੁਤ ਘੱਟ ਹੀ ਹੁੰਦਾ ਵੀ ਹਸਬੈਂਡ ਇੰਨੀ ਹੈਲਪ ਕਰ ਰਿਹਾ। ਨਹੀਂ, ਬਹੁਤ ਜ਼ਿਆਦਾ ਹੈਲਪਫੁਲ ਸ਼ੁਰੂ ਤੋਂ ਲੈ ਕੇ ਹੀ ਮਤਲਬ ਐਂਡ ਤੱਕ ਨਾ, ਹੁਣ ਤੱਕ ਹੀ ਵੀ ਬਹੁਤ ਜ਼ਿਆਦਾ ਐਂ ਕਹਿ ਲਓ ਵੀ ਮੇਰੀ ਪਰਸਨੈਲਿਟੀ ਡਿਵੈਲਪਮੈਂਟ 'ਚ ਹਰ ਇੱਕ ਫੀਲਡ ਦੇ ਵਿੱਚ ਹੀ ਮਤਲਬ ਬਹੁਤ ਜ਼ਿਆਦਾ ਵੀ ਮੈਨੂੰ ਇਹ ਮਦਦ ਮਤਲਬ ਕਰਦੇ ਰਹੇ ਆ। ਜਿਵੇਂ ਹੁਣ ਸਾਡੀ ਮੈਰਿਜ ਹੋਈ
ਤਾਂ ਮੈਰਿਜ ਤੋਂ ਬਾਅਦ ਮੈਨੂੰ ਪਹਿਲਾਂ ਸਾਈਕਲ ਵੀ ਨਹੀਂ ਸੀ ਆਉਂਦਾ ਅੱਛਾ ਜੀ। ਤੇ ਉਹ ਮੇਰੀ ਜਦੋਂ 84 ਚ ਰੈਗੂਲਰ ਮਤਲਬ ਅਪਾਇੰਟਮੈਂਟ ਹੋਈ, ਉਸ ਤੋਂ ਪਹਿਲਾਂ 89 ਡੇਜ਼ ਤੇ ਸੀ। ਮੈਂ ਸਾਡੇ ਨਜ਼ਦੀਕ ਹੀ ਟਪਾਲੀ ਪਿੰਡ ਹੈ, ਉੱਥੇ ਜੌਬ ਕਰਦੀ ਸੀ। ਉਸ ਤੋਂ ਬਾਅਦ ਮੇਰੀ ਟਰਾਂਸਫਰ ਹੋ ਗਈ ਲਹਿਰਾ ਧੂਰਕੋਟ, 3 ਕਿਲੋਮੀਟਰ ਹੈ। ਉੱਥੇ ਮਤਲਬ ਬੱਸਾਂ ਦਾ ਜਿਹੜਾ ਸਟਾਪੇਜ ਹੈ ਬਹੁਤ ਘੱਟ ਸੀ। ਤਾਂ ਫਿਰ ਮੈਨੂੰ ਇਹ ਕਹਿੰਦੇ ਵੀ ਚਲੋ ਸਾਈਕਲ ਸਿੱਖਦੇ ਆ, ਤਾਂ ਸਾਈਕਲ ਸਿੱਖਿਆ। ਉਸ ਤੋਂ ਬਾਅਦ ਮੋਪੜ ਸਿੱਖਿਆ, ਫਿਰ ਸਕੂਟਰ ਸੀ ਗੇਅਰਾਂ ਵਾਲਾ ਮਤਲਬ ਘਰੇ, ਉਹ ਇਹਨਾਂ ਨੇ ਮੈਨੂੰ ਸਿਖਾਇਆ। 10 ਸਾਲ ਫਿਰ ਮੈਂ ਮਤਲਬ ਉੱਤੇ ਜਾਂਦੀ ਰਹੀ ਸਕੂਟਰ ਤੇ। ਉਸ ਤੋਂ ਬਾਅਦ ਕੀ ਹੋਇਆ, ਇਹਨਾਂ ਦੀ ਪ੍ਰਮੋਸ਼ਨ ਹੋਈ ਐਜ਼ ਏ ਪ੍ਰਿੰਸੀਪਲ 2010 ਚ ਮਲੂਕਾ ਪਿੰਡ, ਮਤਲਬ ਉੱਥੇ ਵੀ ਬੱਸ ਸਰਵਿਸ ਬਹੁਤ ਘੱਟ ਸੀ। ਤਾਂ ਬੇਟਾ ਉਦੋਂ ਸ਼ਿਮਲੇ ਸੀਗਾ, MD ਕਰ ਰਿਹਾ ਸੀ। ਤਾਂ ਬੇਟੇ ਕੋਲੇ ਗੱਡੀ ਸੀ, ਉਹ ਆ ਕੇ ਕਹਿੰਦਾ, ਗੱਡੀ ਛੱਡ ਗਿਆ, ਕਹਿੰਦਾ ਪਾਪਾ ਤੁਸੀਂ ਡਰਾਈਵਰ ਰੱਖ ਲਓ। ਸਾਨੂੰ ਦੋਨਾਂ ਨੂੰ ਡਰਾਈਵਿੰਗ ਮਤਲਬ ਇਹਨਾਂ ਨੂੰ ਵੀ ਨਹੀਂ ਸੀ ਆਉਂਦੀ, ਵੀ ਡਰਾਈਵਰ ਰੱਖ ਲਓ ਤੁਸੀਂ ਤੇ ਗੱਡੀ ਤੇ ਮਤਲਬ ਚਲੇ ਜਾਇਆ ਕਰੋ, ਵੀ ਬੱਸ ਸਰਵਿਸ ਬਹੁਤ ਘੱਟ ਹੈ। ਡਰਾਈਵਰ ਰੱਖਿਆ ਤੇ ਡਰਾਈਵਰ ਵੀ ਥੋੜਾ ਜਿਹਾ ਮਤਲਬ ਐ ਲੱਗਿਆ, ਇਹਨਾਂ ਨੂੰ ਲੱਗਿਆ ਵੀ ਚਲੋ ਮੈਂ ਆਪ ਹੀ ਸਿੱਖ ਲਾਂ ਤਾਂ ਵਧੀਆ, ਨਾਲ ਨਾਲ ਇਹ ਆਪ ਸਿੱਖਦੇ ਰਹਿੰਦੇ। ਜਦੋਂ ਘਰੇ ਆਉਂਦੇ ਸ਼ਾਮ ਨੂੰ ਤਾਂ ਇਹ ਕਲੋਨੀ ਆ ਸਾਡੇ ਉੱਥੇ ਇਹ ਮਤਲਬ ਸਿੱਖਣ ਚਲੇ ਜਾਂਦੇ। ਮੈਂ ਵੀ ਫਿਰ ਇਹਨਾਂ ਦੇ ਨਾਲ ਹੀ ਚਲੀ ਜਾਂਦੀ ਵੀ ਚੱਲ ਮੈਂ ਵੀ ਚੱਲਦੀ ਹਾਂ। ਵੀ ਇੱਕ ਦਿਨ ਮੈਨੂੰ ਇਹ ਕਹਿੰਦੇ ਵੀ ਸਿੱਖਣੀ ਆ ਤੂੰ? ਮੈਂ ਕਿਹਾ ਨਾ ਮੈਂ ਕਿੱਥੇ, ਮਤਲਬ ਵੀ ਗੱਡੀ ਤਾਂ ਮਤਲਬ ਹੀ ਨਹੀਂ। ਮੈਨੂੰ ਬਹੁਤ ਐਂ ਲੱਗਦਾ ਹੁੰਦਾ ਵੀ ਪਤਾ ਨਹੀਂ ਲੱਗਦਾ ਵੀ ਗੱਡੀ ਕਿਵੇਂ ਚਲਾ ਲੈਂਦੇ ਲੋਕ, ਵੀ ਐਂ ਕੀ ਪਤਾ ਲੱਗਦਾ, ਕੋਲਜੇ ਦੀ ਕੱਢ ਕੇ ਲੈ ਜਾਂਦੇ ਨੇ। ਤੇ ਕਹਿੰਦੇ ਚੱਲ ਨਾ ਸਹੀ ਤੂੰ ਨਾ ਚਲਾਈ, ਵੀ ਐਜ਼ ਏ ਹੌਬੀ ਚਲੋ ਕਈ ਵਾਰੀ ਗੱਡੀ ਖੜੀ ਹੁੰਦੀ ਆ, ਆਪਾਂ ਉੱਥੇ ਹੀ ਚਲਾ ਕੇ ਦੇਖ ਲੈਂਦੇ ਹਾਂ। ਮੈਂ ਕਿਹਾ ਚਲੋ ਦੇਖ ਲੈਂਦੇ ਹਾਂ। ਫਿਰ ਮਤਲਬ ਮੈਂ ਗੱਡੀ ਸਿੱਖੀ 2010 ਚ। 2010 ਤੋਂ ਬਾਅਦ ਫਿਰ ਮੈਂ ਮਤਲਬ ਸਕੂਲ 'ਚ ਬਸ 19 ਤੱਕ ਵੀ ਮੈਂ ਫਿਰ ਗੱਡੀ 'ਤੇ ਜਾਂਦੀ ਸੀ। ਤਾਂ ਇਹਨਾਂ ਨੇ ਬਹੁਤ ਜ਼ਿਆਦਾ ਮੈਨੂੰ ਮਤਲਬ ਮੋਟੀਵੇਟ ਨਾ ਹਰ ਇੱਕ ਫੀਲਡ ਦੇ ਵਿੱਚ ਹੀ। ਜਿਵੇਂ ਮੈਰਿਜ ਹੋਈ, ਮੈਰਿਜ ਤੋਂ ਬਾਅਦ ਮਤਲਬ ਮੈਂ ਕਾਫੀ ਸਟੱਡੀ ਕੀਤੀ। ਪਹਿਲਾਂ MA ਪੰਜਾਬੀ ਕੀਤੀ, ਫਿਰ MCOM ਕੀਤੀ। ਮਤਲਬ ਪ੍ਰਮੋਸ਼ਨ ਸਾਡੀ ਪਹਿਲਾਂ ਮੈਂ ਐਜ ਏ ਮੈਥ ਮਿਸਟਰਸ ਜੁਆਇਨ ਕੀਤਾ ਸੀ, ਤੇ ਫਿਰ ਸਾਨੂੰ ਐ ਸੀ ਵੀ ਚਲੋ ਪ੍ਰਮੋਸ਼ਨ ਹੋ ਜੂ ਲੈਕਚਰਰ ਦੀ, ਵੀ ਜੇ MCOM ਕਰ ਲਈ ਤਾਂ ਨਾਲ ਦੀ ਨਾਲ ਹੀ ਪ੍ਰਮੋਸ਼ਨ ਹੋ ਜਾਂਦੀ ਸੀ। ਬੱਚਾ ਛੋਟਾ ਸੀ, ਜੌਬ ਵੀ ਸੀ, ਘਰ ਦੀਆਂ ਡਿਊਟੀਜ਼ ਵੀ ਸੀ, ਜ਼ਿੰਮੇਵਾਰੀਆਂ ਸੀ। ਤਾਂ ਉਦੋਂ MCOM ਕੁਛ ਮੇਰਾ ਬੇਸ ਨਹੀਂ ਸੀ। ਮੈਂ BA ਕੀਤੀ ਸੀ, BA ਵਿਦ ਮੈਥ ਇਕਨੋਮਿਕਸ। ਤਾਂ ਫਿਰ MCOM ਦਾ ਔਖਾ ਸੀਗਾ। ਫਿਰ ਉਸ ਟਾਈਮ ਤੇ ਵੀ ਇਹਨਾਂ ਨੇ ਬਹੁਤ ਮਤਲਬ ਮਦਦ ਕੀਤੀ ਮੇਰੀ। ਆਪ ਇਹਨਾਂ ਨੇ ਬੁੱਕਸ ਵਗੈਰਾ ਪੜ੍ਹ ਕੇ ਸ਼ਾਰਟ ਨੋਟ ਬਣਾਏ, ਕਹਿੰਦੇ ਚਲੋ ਵੀ ਤੂੰ ਇਹ ਕਰ ਲਾ। ਤਾਂ ਫਿਰ ਮੇਰੀ MCOM ਜਿਹੜੀ ਮਤਲਬ ਕੰਪਲੀਟ ਹੋਈ, ਨਾਲ ਦੀ ਨਾਲ ਹੀ 94 ਚ ਮੈਂ ਕੰਪਲੀਟ ਕੀਤੀ, 95 ਚ ਮੇਰੀ ਪ੍ਰਮੋਸ਼ਨ ਹੋ ਗਈ। ਉਸ ਤੋਂ ਬਾਅਦ ਫਿਰ MEd ਕੀਤੀ। ਤਾਂ ਸ਼ੁਰੂ ਤੋਂ ਲੈ ਕੇ ਮਤਲਬ ਬਹੁਤ ਜ਼ਿਆਦਾ ਵੀ ਮੈਨੂੰ ਮੋਟੀਵੇਟ, ਜਾਂ ਉਹੀ ਗੱਲ ਵੀ ਸ਼ਖਸੀਅਤ ਨੂੰ ਨਿਖਾਰਨ 'ਚ ਵੀ ਇਹਨਾਂ ਦਾ ਬਹੁਤ ਹੱਥ, ਬਹੁਤ ਮੋਟੀਵੇਟ ਕਰਦੇ। ਦੇਖੋ ਕੱਲ ਕਿਸੇ ਨੇ ਨਾ ਲਿਖਿਆ ਹੋਇਆ ਸੀ ਵੀ ਹਰੇਕ ਕਹਾਣੀ ਦੇ 2 ਪਾਸੇ ਹੁੰਦੇ ਆ, ਚੰਗਾ ਬੁਰਾ ਨਹੀਂ ਹੁੰਦਾ, ਸਿਰਫ 2 ਪਾਸੇ ਹੀ ਹੁੰਦੇ ਆ ਨਾ। ਤੇ ਮੈਨੂੰ ਲੱਗਦਾ ਕਿ ਤੁਹਾਡੀ ਕਹਾਣੀ 'ਚ ਜੇ ਮੈਂ ਗੱਲ ਕਰਾਂ ਹੋਰ ਔਰਤਾਂ ਦੇ ਮੁਕਾਬਲੇ, ਤਾਂ ਕੁੜੀਆਂ ਕਹਿੰਦੇ ਹੁੰਦੇ ਕਿ ਮੈਂ ਵਿਆਹ ਤੋਂ ਪਹਿਲਾਂ ਬਹੁਤ ਵਧੀਆ ਸੀ, ਪਰ ਵਿਆਹ ਤੋਂ ਬਾਅਦ ਇਹੋ ਜਿਹੀ ਹੋ ਗਈ ਹੈ ਨਾ, ਮਤਲਬ ਇਹੋ ਜਿਹੀ ਹੋ ਗਈ, ਮਤਲਬ ਵੀ ਸਹੁਰੇ ਘਰ ਦਾ ਮਾਹੌਲ ਆ ਜਿਹੜਾ ਉਹਨੂੰ ਓਨਾ ਚੰਗਾ ਨਹੀਂ ਮਿਲਦਾ ਕਈ ਵਾਰੀ, ਹੈ ਨਾ। ਤੇ ਤੁਹਾਡੀ ਕਹਾਣੀ 'ਚ ਇਹ ਹੈ ਕਿ ਪਹਿਲਾਂ ਮੈਂ ਇਹੋ ਜਿਹੀ ਸੀ, ਫਿਰ ਮੈਂ ਇਹੋ ਜਿਹੀ ਹੋ ਗਈ। ਹਾਂਜੀ, ਨਹੀਂ ਮੇਰੇ 'ਚ ਤਾਂ ਮਤਲਬ ਇਹ ਹੈ ਵੀ ਮੈਨੂੰ ਆਪ ਨੂੰ ਇਹ ਲੱਗਦਾ ਵੀ ਮੈਂ ਤਾਂ ਇਹਨਾਂ ਤੋਂ ਬਹੁਤ ਕੁਛ ਮਤਲਬ ਹੁਣ ਵੀ ਸਿੱਖਦੀ ਰਹਿਣੀ ਆ। ਕਦੇ ਵੀ ਇਹ ਮਤਲਬ ਹਮੇਸ਼ਾ ਪੋਜ਼ਿਟਿਵ ਰਹਿੰਦੇ ਆ, ਕਦੇ ਨੈਗੇਟਿਵ ਜੇ ਕੋਈ ਮੈਂ ਗੱਲ ਕਰਾਂ ਵੀ ਨਾ, ਕਈ ਵਾਰੀ ਹੁਣ ਮੈਂ ਇੰਨਾ ਚਿਰ ਜੌਬ ਕੀਤੀ ਹੈ ਮਤਲਬ 37 ਈਅਰਸ, ਤਾਂ ਵੀ ਫਲਾਨਾ ਸਟਾਫ ਮੈਂਬਰ ਜਾਂ ਕੋਈ ਆਪਾਂ ਗੱਲ ਕਰਦੇ ਆ ਤਾਂ ਨੈਗੇਟਿਵ ਗੱਲ ਇਹ ਕਰਨੀ ਨਹੀਂ ਦਿੰਦੇ। ਇਹਨਾਂ ਨੂੰ ਇਹ ਹੁੰਦਾ ਵੀ ਨਹੀਂ, ਨੈਗੇਟਿਵ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਵੀ ਬਹੁਤ ਇਨਸਾਨ ਇਹੋ ਜਿਹੇ ਹੈ ਜਿਨ੍ਹਾਂ 'ਚ ਬਹੁਤ ਗੁਣ ਨੇ, ਬਹੁਤ ਚੰਗੇ, ਮਤਲਬ ਬਹੁਤ ਦਾਨੀ। ਤਾਂ ਤੁਸੀਂ ਉਹ ਤੁਹਾਡੇ ਰੋਲ ਮਾਡਲ ਹੋਣੇ ਚਾਹੀਦੇ ਆ। ਤੁਸੀਂ ਉਹਨਾਂ ਨੂੰ ਨਹੀਂ, ਉਹਨਾਂ ਦੀ ਗੱਲ ਨਾ ਕਰੋ। ਉਹਨਾਂ ਦੀ ਗੱਲ ਕਿਉਂ ਕਰਦੇ ਹੋ? ਤਾਂ ਤੁਸੀਂ ਹਮੇਸ਼ਾ ਚੰਗੇ ਬੰਦੇ ਮਤਲਬ ਸੋਸਾਇਟੀ 'ਚ ਬਹੁਤ ਹੁੰਦੇ ਆ। ਤਾਂ ਹਮੇਸ਼ਾ ਹੀ ਮਤਲਬ ਇਹਨਾਂ ਤੋਂ ਮੈਂ ਬਹੁਤ ਕੁਛ ਇਹ ਮਤਲਬ ਟਾਈਮ ਟੂ ਟਾਈਮ ਬਹੁਤ ਸਿੱਖਿਆ। ਤੇ ਬਹੁਤ ਮਤਲਬ ਜਿਵੇਂ ਇਹਨਾਂ ਦਾ ਹੋਰ ਹੈਗਾ ਵੀ ਮੈਨੂੰ ਇਹਨਾਂ ਦੀ ਕਹਿਣੀ ਤੇ ਕਰਨੀ 'ਚ ਕਦੇ ਫਰਕ ਨਹੀਂ ਲੱਗਿਆ। ਜੋ ਇਹ ਮਤਲਬ ਕਹਿੰਦੇ ਆ ਵੀ ਜਿਵੇਂ ਉਹ ਆਪਾਂ ਨੂੰ ਮਿਹਨਤ ਪ੍ਰਤੀ ਮਤਲਬ ਸਮਰਪਿਤ ਹੋਣਾ ਚਾਹੀਦਾ ਹੈ, ਮਿਹਨਤ ਕਰਨੀ ਚਾਹੀਦੀ ਹੈ, ਜਾਂ ਕੰਮ ਹੀ ਪੂਜਾ ਹੈ। ਜਦੋਂ ਮੈਂ ਡਿਊਟੀ ਕਰਦੀ ਇਹਨਾਂ ਨੇ ਕਹਿਣਾ ਵੀ ਪੂਜਾ ਕੰਮ ਨਹੀਂ, ਕੰਮ ਹੀ ਪੂਜਾ ਹੈ। ਜਦੋਂ ਆਪਾਂ ਆਪਦੀ ਡਿਊਟੀ ਪ੍ਰਤੀ ਸਿੰਸੀਅਰ ਹੋ ਗਏ, ਡਿਊਟੀ ਨੂੰ ਆਪਾਂ ਵਧੀਆ ਢੰਗ ਨਾਲ ਨਿਭਾ ਲਿਆ, ਤਾਂ ਪੂਜਾ ਆਪ ਹੀ ਹੋ ਗਈ। ਜੇ ਆਪਾਂ ਪੂਜਾ ਕਰੀ ਜਾਂਦੇ ਹਾਂ, ਡਿਊਟੀ ਪ੍ਰਤੀ ਸਿੰਸੀਅਰ ਨਹੀਂ ਹੈਗੇ, ਤਾਂ ਫਿਰ ਉਸ ਪੂਜਾ ਦਾ ਵੀ ਕੋਈ ਫਾਇਦਾ ਨਹੀਂ। ਹਾਂਜੀ, ਜਾਂ ਕੋਈ ਲੋੜਵੰਦ ਨੇ, ਜਿਹੜੇ ਲੋੜਵੰਦਾਂ ਦੀ ਕਹਿੰਦੇ ਮੇਰਾ ਬਚਪਨ ਹੈ ਜਿਹੜਾ, ਫਾਦਰ ਦੀ ਡੈਥ ਹੋ ਗਈ ਸੀ ਛੋਟੀ ਉਮਰ 'ਚ, ਤਾਂ ਮੈਨੂੰ ਪਤਾ ਹੈ ਕਿਵੇਂ ਮੇਰੇ ਚਾਚੇ ਤਾਇਆਂ ਨੇ, ਮਾਮਿਆਂ ਨੇ, ਹੋਰਾਂ ਨੇ ਮਤਲਬ ਮੇਰੀ ਮਦਦ ਕੀਤੀ, ਮੈਂ ਪਲਿਆ। ਤਾਂ ਵਧੀਆ ਗੱਲ ਇਹ ਹੈ ਵੀ ਜੇ ਕੋਈ ਲੋੜਵੰਦ ਹੈ ਤਾਂ ਆਪਾਂ ਜਿੰਨਾ ਕੁ ਹੋ ਸਕਦਾ
ਵੀ ਓਨੀ ਕੁ ਚਲੋ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ। ਤਾਂ ਇਹਨਾਂ ਤੋਂ ਮੈਂ ਕਾਫੀ ਕੁਛ ਮਤਲਬ ਇਹ ਗੱਲਾਂ ਫਿਰ ਮੈਂ ਆਪਦੇ ਸਟੂਡੈਂਟਸ ਦਾ ਵੀ ਮਤਲਬ ਐ ਵੀ ਜਿਵੇਂ ਬੁੱਕਸ ਵਗੈਰਾ ਦੇਣੀਆਂ, ਫੀਸਾਂ ਭਰ ਦੇਣੀਆਂ, ਜਾਂ ਸਕੂਲ ਦੇ ਵਿੱਚ ਸੀਗਾ ਵੀ ਜਦੋਂ ਮੈਂ ਇੱਥੇ ਰਾਮਪੁਰਾ ਲੋਕਲ ਮਤਲਬ ਐਜ ਏ ਪ੍ਰਿੰਸੀਪਲ ਜੁਆਇਨ ਕੀਤਾ ਤਾਂ ਇੱਥੇ ਚੱਲਦਾ ਸੀ ਜਿਵੇਂ ਕਿਸੇ ਦਾ ਜਨਮ ਦਿਨ ਹੈ ਜਾਂ ਵੈਡਿੰਗ ਐਨਵਰਸਰੀ ਹੈ, ਪਾਰਟੀਆਂ ਮਤਲਬ ਕਰਦੇ ਸੀ। ਉਹਨਾਂ ਨੂੰ ਮੈਂ ਕਿਹਾ ਵੀ ਇਹਦਾ ਪਾਰਟੀ ਦਾ ਕੋਈ ਫਾਇਦਾ ਨਹੀਂ, ਆਪਾਂ ਕਿਉਂ ਪੈਸੇ ਵੇਸਟ ਕਰਦੇ ਆ, ਵੀ ਇਹੀ ਆਪਾਂ ਇੱਕ ਫੰਡ ਬਣਾ ਲਓ, ਉਹੀ ਤੁਸੀਂ ਆਪਾਂ ਉੱਥੇ ਡੋਨੇਟ ਕਰ ਦਿਆ ਕਰੀਏ। ਸਾਰਾ ਤੁਸੀਂ ਰਜਿਸਟਰ ਲਾ ਲਓ, ਹਿਸਾਬ ਕਿਤਾਬ, ਬੱਚਿਆਂ ਨੂੰ ਕਾਪੀਆਂ, ਕੋਈ ਕਿਸੇ ਦਾ ਬਰਥਡੇ ਆ ਗਿਆ ਉਹ 'ਤੇ ਜੋ ਵੀ ਲੋੜ ਬਣਦਾ ਹੈ। ਤਾਂ ਫਿਰ ਉਹ ਜਦੋਂ ਤੱਕ ਮੈਂ ਰਿਟਾਇਰ ਹੋਈ ਉਹ ਬਹੁਤ ਵਧੀਆ ਢੰਗ ਨਾਲ ਮਤਲਬ ਆਪ ਮੈਂ ਸ਼ੁਰੂ ਕੀਤਾ ਅਤੇ ਸਾਰੇ ਬਹੁਤ ਖੁਸ਼ੀ ਨਾਲ ਮਤਲਬ ਉਹਦੇ ਵਿੱਚ ਡੋਨੇਟ ਕਰਦੇ ਸੀ। ਦੇਖੋ ਅੰਕਲ, ਆਂਟੀ ਨੇ ਮਤਲਬ ਸਾਰੀ ਕਹਾਣੀ ਦਾ ਹੀਰੋ ਤੁਹਾਨੂੰ ਬਣਾਤਾ ਹੈ ਨਾ ਇੰਨੇ ਜਵਾਬ 'ਚ। ਨਹੀਂ ਸਰ, ਮਤਲਬ ਸੱਚੀ ਇਹਨਾਂ 'ਚ ਬਹੁਤ ਗੁਣ ਨੇ, ਮਤਲਬ ਮੈਂ ਇਹਨਾਂ ਨੂੰ ਸੱਚੀ ਇਹ ਬਹੁਤ ਘੱਟ ਹੁੰਦਾ ਹੈ ਕਿ ਮਤਲਬ ਮੈਂ ਨਹੀਂ ਕਹਿੰਦੀ ਕਿ ਕੁੜੀਆਂ ਨੂੰ ਕਦੇ ਵੀ ਨਿੰਦਣਾ ਨਹੀਂ ਚਾਹੀਦਾ, ਕਿਉਂਕਿ ਕੁੜੀਆਂ ਦੇ ਜਿੰਨੇ ਸੈਕਰੀਫਾਈਸ ਹੁੰਦੇ ਆਪਦੇ ਘਰ ਲਈ, ਪਰਿਵਾਰ ਲਈ, ਹੈ ਨਾ, ਸ਼ਾਇਦ ਬੰਦੇ ਦੇ ਬਹੁਤ ਘੱਟ ਹੁੰਦੇ ਆ, ਪਰ ਜਿਹਦੇ ਹੁੰਦੇ ਆ ਉਹਨਾਂ ਨੂੰ ਵੀ ਕਦੇ ਨਜ਼ਰ ਅੰਦਾਜ਼ ਨਹੀਂ ਆਪਾਂ ਕਰ ਸਕਦੇ, ਹੈ ਨਾ। ਤਾਂ ਉਹਨਾਂ ਨੇ ਦੱਸਿਆ ਕਿ ਤੁਸੀਂ ਕਿੰਨਾ ਕੁਛ ਉਹਨਾਂ ਲਈ ਜ਼ਿੰਦਗੀ 'ਚ ਕੀਤਾ। ਅਤੇ ਪਰ ਮੈਂ ਪਹਿਲਾਂ ਆਪਣੇ ਪਹਿਲੇ ਸਵਾਲ 'ਤੇ ਆਉਂਦੀ ਹਾਂ ਕਿ ਘੁੰਮਣ ਫਿਰਨ ਦਾ ਸ਼ੌਂਕ ਤੁਹਾਨੂੰ ਸ਼ੁਰੂ ਤੋਂ ਸੀ ਕਿ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਸੋਚਿਆ ਵੀ ਹੁਣ ਅਸੀਂ ਵਿਹਲੇ ਆ ਜਾਂ ਚੰਗਾ ਚਲੋ ਸੇਵਿੰਗ ਵੀ ਹੋ ਜਾਂਦੀ ਆ ਆਪਣੇ ਕੋਲੇ, ਹੈ ਨਾ, ਬਾਅਦ 'ਚ, ਅਤੇ ਹੁਣੇ ਹੀ ਤੁਸੀਂ ਸ਼ੁਰੂ ਕੀਤਾ? ਨਹੀਂ, ਜਿਹੜਾ ਘੁੰਮਣ ਫਿਰਨ ਦਾ ਸ਼ੌਕ ਸੀਗਾ ਜੀ ਨਾ, ਅਸੀਂ ਜਦੋਂ ਜੌਬ 'ਚ ਸੀਗੇ ਅਸੀਂ ਛੁੱਟੀ ਲੈ ਕੇ ਪਹਿਲਾਂ ਤਾਂ ਅਸੀਂ ਛੋਟੇ ਟੂਰ ਲਾਉਂਦੇ ਸੀਗੇ, ਵੀ ਜਿਵੇਂ ਗਰਮੀ ਦੀਆਂ ਛੁੱਟੀਆਂ ਦੇ ਪਲਾਨ ਬਣਾ ਲੈਂਦੇ ਆਪਾਂ। ਉਹ ਬਹੁਤ ਅਰਲੀ ਸਟੇਜ ਦੀ ਗੱਲ ਹੀ ਹੈ। ਮੈਂ ਅਨਮੈਰਿਡ ਵੀ ਜਾ ਵੜਦਾ ਸੀਗਾ। ਮੈਰਿਜ ਤੋਂ ਬਾਅਦ ਅਸੀਂ ਅੱਡ ਕਦੇ ਨਹੀਂ ਗਏ ਵੀ ਮੈਂ ਇਕੱਲੇ ਮੇਲ ਨਾਲ ਜਾ ਵੜਿਆ, ਟੀਚਰਸ ਨਾਲ ਵਗ ਜਾ, ਐਂ ਕਦੇ ਨਹੀਂ ਹੋਇਆ। ਜਦੋਂ ਇੱਕ ਵਾਰੀ ਮੈਰਿਜ ਹੋ ਗਈ ਫਿਰ ਸਾਡੇ ਟੂਰ ਛੋਟੇ ਹੁੰਦੇ, ਪਹਿਲਾਂ ਜਿਵੇਂ ਸ਼ਿਮਲੇ ਜਾਏ ਆਪਾਂ ਨੂੰ ਇੰਨਾ ਚਾਅ ਹੁੰਦਾ ਹੈ, ਫਿਰ ਮਨਾਲੀ ਜਾਏ, ਉਹ ਜਿਵੇਂ ਇਹ ਜੇ ਚੰਬੇ ਜਾਏ, ਜਾਂ ਕੋਈ ਹੋਰ ਛੋਟੇ ਛੋਟੇ ਆਪਣੇ ਆਲੇ ਦੁਆਲੇ ਪਹਾੜੀ ਇਲਾਕਿਆਂ ਦਾ ਹੁੰਦਾ, ਦਿੱਲੀ ਜਾਏ, ਇਹੋ ਜਿਹੇ ਚੱਲਦੇ ਸੀਗੇ, ਆਗਰੇ ਜਾਏ। ਉਹ ਫਿਰ ਥੋੜ੍ਹੇ ਜਿਹੇ ਅਸੀਂ ਕੀ ਕੀਤੇ, 15 ਦਿਨਾਂ ਵਾਲੇ ਟੂਰ ਬਣਾਉਣੇ ਸ਼ੁਰੂ ਕਰਤੇ ਸਟੇਟ ਵਾਈਜ਼, ਲਾਈਕ ਕਿ ਵੀ ਕਰਨਾਟਕਾ 'ਚ ਐਤਕੀ 15 ਦਿਨ ਲਾਵਾਂਗੇ ਆਪਾਂ ਸਰਦੀ 'ਚ, ਫਿਰ ਜਿਵੇਂ ਗੋਆ 15 ਦਿਨ ਲਾਵਾਂਗੇ, ਫਿਰ ਤਾਮਿਲਨਾਡੂ 'ਚ 15 ਲਾਵਾਂਗੇ, ਫਿਰ ਕੇਰਲਾ 'ਚ, ਸਾਲ 'ਚ ਇੱਕ ਵਾਰੀ। ਵੀ ਇਹ ਤਾਂ ਸਾਰੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਗੱਲਾਂ ਇਹ ਜੌਬ ਦੇ ਦੌਰਾਨ ਦੀਆਂ। ਜਦੋਂ ਅਸੀਂ ਰਿਟਾਇਰ ਹੋ ਗਏ ਫਿਰ ਤਾਂ ਜਿਵੇਂ ਅਸੀਂ ਗੋਆ ਗਏ ਅਤੇ 20 ਦਿਨ ਰਹੇ, ਹੁਣ ਪਿੱਛੇ ਜੇ ਫਿਰ ਕੋਵਿਡ ਤੋਂ ਪਹਿਲਾਂ ਦੀ ਵੀ ਗੱਲ ਹੈ। ਇਸ ਸਾਲ ਵੀ ਜਿਵੇਂ ਹੁਣ ਹਾਲੇ ਅਪ੍ਰੈਲ ਹੀ ਹੋਇਆ, ਜੂਨ 'ਚ ਸਾਡਾ ਨੈਕਸਟ ਪ੍ਰੋਗਰਾਮ ਹੈ। 2 ਵਾਰੀ ਤਾਂ ਅਸੀਂ ਜਾ ਵੀ ਆਏ, ਇੱਕ ਵਾਰੀ ਸ਼ਿਮਲੇ ਜਾਏ, ਇੱਕ ਵਾਰੀ ਕਸੌਲ ਪਰਾਸ਼ਰ ਕਰਨੀ ਜਾਏ। ਛੋਟੇ ਟੂਰ ਤਾਂ ਹੁਣ ਸਾਨੂੰ ਕੋਈ ਐਂ ਨਹੀਂ ਲੱਗਦਾ ਹੁੰਦਾ ਜਿਵੇਂ ਆਪਾਂ ਕਿਸੇ ਰਿਸ਼ਤੇਦਾਰੀ ਜਾ ਕੇ ਆ ਗਏ, ਪਰ ਜਦੋਂ ਜਿਹੜਾ ਟੂਰ ਲਾਉਣਾ ਰੀਅਲੀ ਹੁਣ ਟੂਰ ਦੇ ਨਾ ਸਾਡੇ ਕੰਸੈਪਟ ਬਦਲੇ ਹੋਏ ਹੈ। ਮਤਲਬ ਅਸੀਂ ਸਮਝਦੇ ਹਾਂ ਵੀ ਜੇ ਤੁਸੀਂ ਲੋਕਾਂ ਨੂੰ ਮਿਲੋ, ਉਹਨਾਂ ਨਾਲ ਇੱਕ ਰਿਸ਼ਤਾ ਤੈਅ ਕਰ ਲਓ, ਬਣਾ ਲਓ। ਹੁਣ ਸਾਨੂੰ ਇਸ ਰੀਜਨ ਦੇ ਵਿੱਚ ਮਤਲਬ ਹਿਮਾਚਲ 'ਚ ਸਾਨੂੰ ਇੱਥੇ ਬੈਠਿਆਂ ਨੂੰ ਐਂ ਲੱਗਦਾ ਹੈ ਵੀ ਜਦੋਂ ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ, ਹਾਲ ਚਾਲ ਪੁੱਛਦੇ ਹਾਂ ਪਰਿਵਾਰ ਮੈਂਬਰਾਂ ਵਾਂਗੂ ਵੀ ਕੀ ਹਾਲ ਹੈ, ਉਹ ਕਹਿਣਗੇ ਵੀ ਤੁਸੀਂ ਕਦੋਂ ਆ ਰਹੇ ਹੋ। ਉਹ ਸਾਡੇ ਰਿਸ਼ਤੇ ਬਹੁਤ ਸਪਰੈਡ ਹੋਏ ਹੈ, ਕਾਫੀ ਫੈਮਿਲੀ ਫਰੈਂਡ ਬਣੇ। ਹਾਂ, ਮਤਲਬ ਕਿ ਹੁਣ ਅਸੀਂ ਜਾਈਏ ਤਾਂ ਅਸੀਂ ਐਂ ਨਹੀਂ ਕਿ ਹੋਟਲ ਵਾਲੇ ਭਾਈ ਨੂੰ ਜਾਣਦੇ ਹਾਂ, ਅਸੀਂ ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਮਾਤਾ ਪਿਤਾ ਨੂੰ, ਹੋਰਾਂ ਨੂੰ, ਸਾਰਿਆਂ ਨੂੰ ਜਾਣਦੇ ਹਾਂ। ਜੋ ਫੋਨ ਵੀ ਉਹਨਾਂ ਦੇ ਆਉਂਦੇ ਜਾਂਦੇ ਆ ਤਾਂ ਉਹ ਨਾਲ ਸਾਰਾ ਕੁਛ ਅਸੀਂ ਉਹਨਾਂ ਨੂੰ ਵੀ ਪੁੱਛਦੇ ਹਾਂ, ਉਹ ਵੀ ਪੁੱਛਦੇ ਆ। ਮਤਲਬ ਟੂਰ ਤਾਂ ਸਾਨੂੰ ਇੱਕ ਜਿਵੇਂ ਆਪਾਂ ਬਾਬਾ ਨਾਨਕ ਵਾਲੀ ਗੱਲ ਕਹਿ ਦਿੰਦੇ ਹੁੰਦੇ, ਉਹ ਇੱਕ ਹੈ ਸੰਵਾਦ ਵਾਲੀ ਗੱਲ ਅਤੇ ਤੁਰਨ ਫਿਰਨ ਵਾਲੀ ਗੱਲ। ਤੁਹਾਡੀ ਸ਼ਖਸੀਅਤ ਦਾ ਪਾਰਟ ਹੋਣੇ ਚਾਹੀਦੇ, ਇਹ ਸਾਨੂੰ ਪਹਿਲਾਂ ਤੋਂ ਹੀ ਹੈ ਵੀ ਸਹਿਜਤਾ ਜਿਹੜੀ ਹੈ ਨਾ, ਵੀ ਕਿਸੇ ਨਾਲ ਮੰਨ ਲਓ ਸਾਨੂੰ ਵਿੱਚ ਟੂਰ ਦੇ ਇਹ ਗੱਲ ਆ ਗਈ ਵੀ ਕਿਸੇ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ, ਅਤੇ ਤੁਰ ਫਿਰ ਕੇ ਅਸੀਂ ਲੋਕਾਂ ਤੋਂ ਬਹੁਤ ਸਿੱਖਦੇ ਹਾਂ। ਮੈਂ ਤੁਹਾਨੂੰ ਇਹ 'ਚ ਇੱਕ ਉਦਾਹਰਨ ਦੇਣੀ ਚਾਹੂੰਗਾ ਜਿਹੜੀ ਮੈਨੂੰ ਬੜੀ ਅਜੀਬ ਲੱਗਦੀ ਹੈ। ਮੈਂ ਕਿਸੇ ਨੂੰ ਐਂ ਕਹਿ ਬੈਠਾ ਕਿ ਮੇਰੀ ਉਹਨੇ ਬਹੁਤ ਮਦਦ ਕੀਤੀ, ਇੱਕ ਲੰਮੀ ਫਿਰ ਕਹਾਣੀ ਬਣ ਜੂ ਇਹ। ਅਸੀਂ ਜਮਾਂ ਨਹੀਂ ਜਾਣਦੇ ਸੀ ਇੱਕ ਦੂਜੇ ਨੂੰ, ਵੈਸੇ ਹੀ ਫਿਰਦੇ ਐਂ ਮਿਲੇ ਸੀ। ਉਹ ਤੋਂ ਹੁਣ ਮੈਂ ਉਹ ਜਮਾਂ ਸ਼ਾਰਟਕੱਟ 'ਤੇ ਉਹਨੂੰ ਮੈਂ ਉਹਨੂੰ ਕਿਹਾ ਜਦੋਂ ਬਾਅਦ 'ਚ
ਵੀ ਤੁਸੀਂ ਬੇਟੇ ਸਾਡੇ ਕੋਲੇ ਆਇਓ, ਸਾਡਾ ਘਰ ਬਹੁਤ ਖੁੱਲ੍ਹਾ ਹੈ। ਪਹਾੜਾਂ 'ਚ ਘਰ ਬਹੁਤ ਛੋਟੇ ਹੁੰਦੇ ਆ, ਹਾਂਜੀ ਬਿਲਕੁਲ ਹੁੰਦੇ ਆ ਨਾ। ਹੂੰ ਤਾਂ ਮੈਨੂੰ ਉਹਨੇ ਜਿੰਨਾ ਝੰਜੋੜਿਆ ਜਾਂ ਮੈਨੂੰ ਉਹਨੇ ਕੋਈ ਲਾਈਨ 'ਚ ਸਿੱਖਿਆ ਦੇਤੀ, ਮੈਨੂੰ ਹਿਲਾ ਕੇ ਰੱਖਤਾ। ਕਹਿੰਦਾ ਅੰਕਲ, ਕਹਿੰਦਾ ਜਦੋਂ ਕਿਸੇ ਕੋਲੇ ਆਉਣਾ ਜਾਣਾ ਹੋਵੇ ਨਾ, ਕਹਿੰਦਾ ਦਿਲ ਵੱਡੇ ਚਾਹੀਦੇ ਆ, ਘਰ ਭਾਵੇਂ ਕਿੱਡੇ ਛੋਟੇ ਹੋਣ। ਮੈਂ ਹੈਰਾਨ ਹੋ ਗਿਆ ਵੀ ਕੋਈ ਇਹ ਗੱਲ ਦੀ ਸਹੀ ਹੈ, ਮੈਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ। ਤਾਂ ਜਦੋਂ ਅਸੀਂ ਇਹ ਟੂਰ 'ਤੇ ਜਾਂਦੇ ਹਾਂ ਤਾਂ ਸਾਨੂੰ ਆਪਣੇ ਤੋਂ ਬਹੁਤ ਗਰੀਬ ਲੋਕ ਪਰ ਰਿਚ ਬਹੁਤ ਅਹਿਸਾਸ ਕਰਾਉਂਦੇ ਆ ਵੀ ਅਸੀਂ ਤੁਹਾਡੇ ਨਾਲੋਂ ਪਰਸਨੈਲਿਟੀ ਵਾਈਜ਼ ਰਿਚ ਹਾਂ, ਫਾਈਨੈਂਸ਼ੀਅਲ ਭਾਵੇਂ ਰਿਚ ਨਹੀਂ ਹੈਗੇ। ਇਹ ਗੱਲਾਂ ਮੈਨੂੰ ਮਤਲਬ ਟੂਰ ਤੋਂ ਚੰਗੀਆਂ ਲੱਗਦੀਆਂ। ਹੋਰ ਉਹਨਾਂ ਦੇ ਬਿਹੇਵੀਅਰ ਦੇਖ ਕੇ, ਜਿਵੇਂ ਉਹ ਖੁੱਲ੍ਹੇ ਦਿਲਾਂ ਦੇ ਖੁੱਲ੍ਹੇ ਨੇਗੇ, ਭਾਵੇਂ ਉਹ ਰਿਮੋਟ ਏਰੀਏ 'ਚ ਬੈਠੇ ਨੇਗੇ, ਉਹ ਮੈਨੂੰ ਚੰਗਾ ਲੱਗਦਾ। ਨਹੀਂ ਵੈਸੇ ਵੀ ਲੋਕ ਕਹਿੰਦੇ ਹੁੰਦੇ ਆ ਵੀ ਲੋਕਾਂ ਨੂੰ ਮਿਲਣਾ ਮਤਲਬ ਕਿਤਾਬਾਂ ਪੜ੍ਹਨਾ ਨਾਲੋਂ ਵੀ ਵਧੀਆ ਹੁੰਦਾ। ਤੁਸੀਂ ਜਿਹੜੀ ਕਿਸੇ ਨੂੰ ਮਿਲ ਕੇ ਕਿਸੇ ਦੇ ਸੱਭਿਆਚਾਰ, ਕਿਸੇ ਦੀ ਬੋਲੀ ਬਾਰੇ ਜਾਂ ਕਿਸੇ ਦੀ ਜ਼ਿੰਦਗੀ ਬਾਰੇ ਸਿੱਖਦੇ ਹੋ ਨਾ, ਉਹ ਚੀਜ਼ ਬਹੁਤ ਸ਼ਾਨਦਾਰ ਹੁੰਦੀ। ਤੇ ਹੁਣ ਤੁਸੀਂ ਕਿੱਥੇ ਜਾ ਰਹੇ ਹੋ? ਅਗਲਾ ਤੁਹਾਡਾ ਘੁੰਮਣ ਦਾ ਕੀ ਪਲਾਨ ਹੈ? ਕਿੰਨੇ ਦਿਨਾਂ ਦਾ? ਤਾਂ ਇਹ ਹੈ ਜੀ ਕਿ ਰੀਅਲੀ ਇਹ ਹੈ ਕਿ ਹੁਣ ਅਸੀਂ ਉਸ ਸਿਚੁਏਸ਼ਨ 'ਚ ਵਗ ਗਏ ਵੀ ਅਸੀਂ ਆਪਦੀ ਗੱਡੀ ਲੱਦ ਲੈਣੀ ਹੈ। ਅੱਛਾ ਜੀ। ਤੇ ਹੁਣ ਕਿੱਥੇ ਜਾਵਾਂਗੇ ਤੇ ਉਹ ਕਿੱਧਰ ਨੂੰ ਜਾਵਾਂਗੇ, ਕਾਰਨ ਕੀ ਹੈ? ਉੱਥੇ ਮੰਨ ਲਓ ਕਿ ਅਸੀਂ ਜਿਹੜਾ ਬੰਦਾ ਜਿਹਦੇ ਕੋਲ ਜਾਵਾਂਗੇ ਉਹ ਸੰਤ ਰਾਮ ਨੂੰ ਕਿਹਾ ਹੋਇਆ ਜਾਂ ਉਦੋਂ ਪਹਿਲਾਂ ਵਾਲੇ ਵੀ ਹੋਣਗੇ। ਉਹ ਜਦੋਂ ਉਹ ਏਰੀਏ ਜਾ ਵੜਦੇ ਆ, ਫਿਰ ਸੰਤ ਰਾਮ ਤੇ ਉਹਦੀ ਵਾਈਫ, ਉਹਦੇ ਬੱਚੇ ਪਹਿਲਾਂ ਗੱਲ ਕਰਕੇ ਹਟਿਆ। ਹਾਂ, ਤਾਂ ਉਹਨੂੰ ਕਹਾਂਗੇ ਵੀ ਹੁਣ ਵੀ ਮਿੱਤਰਾ ਗੱਡੀ ਤੂੰ ਚਲਾਉਣੀ ਹੈ। ਤੇ ਚਲਾਏ ਵੀ ਲੈਂਦੇ, ਚਲੋ ਸਾਰੇ ਚਲਾ ਲੈਂਦੇ ਅਸੀਂ ਤਿੰਨੇ। ਤੇ ਹੁਣ ਜਿੱਧਰ ਤੇਰਾ ਜੀਅ ਕਰਦਾ ਹੈ ਗੱਡੀ ਨੂੰ ਲਈ ਚੱਲ, ਜਿੱਧਰ ਤੈਨੂੰ ਸ਼੍ਰੀਨਗਰ ਠੀਕ ਲੱਗਦਾ ਉੱਧਰ ਵਗ ਜਾਂਦੇ, ਤੈਨੂੰ ਲੇਹ ਲਦਾਖ ਲੱਗਦਾ ਉਹ ਚੰਗਾ ਲੱਗਦਾ। ਨਹੀਂ ਚੰਗਾ ਲੱਗਦਾ ਇੱਕ ਥਾਂ 'ਤੇ ਵੀ ਬੈਠਣਾ ਮੈਨੂੰ ਮਾੜਾ ਨਹੀਂ ਲੱਗਦਾ। ਮੈਂ ਬਹੁਤ ਘੱਟ ਲੋਕਾਂ ਨੂੰ ਮਿਲਿਆ ਵੀ ਜਿਹੜੇ ਪਰਾਸ਼ਰੀ 4 ਰਾਤਾਂ ਬੈਠੇ ਰਹੇ ਹੋਣ। ਉੱਥੇ ਕੁਛ ਨਹੀਂ, ਮੀਡੋਜ਼ ਨੇਗੇ, ਗਰੀਨਸ, ਦਰਖਤਨ। ਅਤੇ ਉੱਥੋਂ ਦੇ ਲੋਕਾਂ ਨਾਲ ਤੁਹਾਡੀ ਐਕਚੁਅਲੀ ਜਾਣ ਪਛਾਣ ਤਾਂ ਹੁੰਦੀ ਹੈ, ਕਿਉਂਕਿ ਜੇ ਅਸੀਂ ਜਾਣਦੇ ਵੀ ਇਹ ਦੇਖ ਲਿਆ ਏਰੀਆ ਵਿਊ ਬਹੁਤ ਕਮਾਲ ਦਾ ਹੈ ਜੀ, 2-3 ਘੰਟੇ ਫੋਟੋਆਂ ਖਿੱਚ ਲਈਆਂ, ਸੈਲਫੀਆਂ ਬਣਾ ਲਈਆਂ, ਜਾਂ ਕਵੇਲੇ ਜੇ ਪਹੁੰਚੇ ਤੜਕੇ ਆ ਗਏ ਜਾਂ ਦਿਨੇ ਗਏ ਸ਼ਾਮ ਤੱਕ ਨਿਬੜ ਗਿਆ ਹੀ ਨਹੀਂ। ਉਹ ਜਦੋਂ ਤੁਸੀਂ ਉੱਥੇ ਘੁੰਮਦੇ ਫਿਰਦੇ ਹੋ, ਸਾਨੂੰ ਇੱਕ ਵਾਰ ਐਂ ਮਤਲਬ ਹਰ ਇੱਕ ਟੂਰ 'ਚ ਅਜੀਬ ਜਿਹੀਆਂ ਗੱਲਾਂ ਵਾਪਰਦੀਆਂ ਵੀ ਅਸੀਂ ਸਾਨੂੰ ਨਾ ਜਦੋਂ ਪਰਾਸ਼ਰ ਲੈ ਗਏ ਵੀ ਅਜੀਬ ਜਿਹੇ ਘਰ ਨਜ਼ਰ ਆਈ ਜਾਣ, ਉਹ ਅਸੀਂ ਹੋਰ ਕਿਸੇ ਏਰੀਏ 'ਚ ਨਹੀਂ ਦੇਖੇ ਸੀ। ਹਾਂਜੀ। ਅਸੀਂ ਇੱਕ ਘਰ 'ਚ ਹੌਲੀ ਹੌਲੀ ਜੇ ਜਾ ਵੜੇ ਅਤੇ ਉੱਥੇ ਇੱਕ ਲੇਡੀ ਸੀ, ਇੱਕ ਬੱਚਾ ਸੀਗਾ, ਅਤੇ ਅਸੀਂ ਉਹਨਾਂ ਨੂੰ ਪੁੱਛਣ ਜੇ ਲੱਗ ਗਏ। ਉਹ ਸਾਨੂੰ ਦੱਸਣ ਲੱਗ ਗਏ ਵੀ ਇਹ ਘਰ ਤਾਂ ਵੀ ਐਂ ਬਣਦੇ ਆ, ਇਹ ਜੱਦੀ ਘਰ ਨੇਗੇ, ਇਹ ਵੈਸੇ ਨਹੀਂ ਹੈ। ਉਹਨਾਂ ਦੀ ਕੋਸਟ ਬਹੁਤ ਜ਼ਿਆਦਾ ਸੀ। ਉਹਦੇ ਵਿੱਚ ਐਂ ਜਿਵੇਂ ਆਹ ਘਰ ਹੈ ਨਾ ਲੰਮਾ ਕਮਰਾ, ਐਂ ਇੱਥੇ ਇੱਕ ਥੜੀ ਬਣੀ ਹੋਈ ਸੀ ਉੱਚੀ, ਉਹ ਤੇ ਆਪ ਪੈਂਦੇ ਸੀ, ਕਿਚਨ ਦਾ ਕੰਮ ਕਰਦੇ ਸੀ। ਇੱਧਰਲੇ ਪਾਸੇ ਉਹਨਾਂ ਦੇ ਪਸ਼ੂ ਸੀ, ਗੁੱਜਰ ਸੀ, ਨੀਵੀਂ ਥਾਂ ਤੇ ਗੁੱਜਰਾਂ ਨੇ। ਉਹਨਾਂ ਨੇ ਸਾਨੂੰ ਦੁੱਧ, ਚਾਹ, ਤੇ ਅਸੀਂ ਬੜੇ ਹੈਰਾਨ ਹੋਏ ਵੀ ਦੇਖੋ ਉਹੀ ਗੱਲ ਫਿਰ ਆ ਜਾਂਦੀ ਹੈ ਵੀ ਆਪਾਂ ਨੇ ਤਾਂ ਜੇ ਇੱਥੇ ਕੋਈ ਨੌਕ ਵੀ ਕਰਦੇ ਆ, ਸਿੱਖਿਆ ਦਿੱਤੀ ਜਾਂਦੀ ਹੈ ਵੀ ਪਹਿਲਾਂ ਅਰਨ ਨਾ ਖੋਲ੍ਹੋ, ਪੁੱਛ ਲਿਓ ਵੀ ਕੌਣ ਆ। ਬਿਲਕੁਲ ਸਹੀ ਗੱਲ। ਵੀ ਚੰਗੀ ਤਰ੍ਹਾਂ ਵੈਰੀਫਾਈ ਕਰਕੇ, ਜਾਂ ਆਪਾਂ ਉੱਤੇ ਵੀ ਥੋੜ੍ਹੇ ਸ਼ਹਿਰਾਂ ਵਿੱਚ ਮਤਲਬ ਸ਼ੱਕ ਦੀ ਨਜ਼ਰ ਨਾ ਕਰਦੇ। ਉਹ ਬਿਲਕੁਲ ਹੀ ਨਹੀਂ ਸਾਨੂੰ ਜਾਣਦੇ, ਅਤੇ ਉਹ ਸਾਨੂੰ ਕਿਵੇਂ ਆਫਰ ਕਰ ਰਿਹਾ ਵੀ ਦੁੱਧ 'ਚ ਪੱਤੀ ਪਾ ਕੇ ਦੇ ਰਹੇ ਹੈ ਵੀ ਤੁਸੀਂ ਪਨੀਰ ਖਾ ਸਕਦੇ ਹੋ, ਆਹ ਖੋਆ ਸਾਡੇ ਕੋਲ ਹੈ। ਉਹ ਜੇ ਪਸ਼ੂ ਉੱਥੇ ਪਾਲਦੇ ਆ ਉਹ ਮੀਡੋਜ਼ ਦੇ ਵਿੱਚ, ਅਤੇ ਉਹ ਜਿਹੜਾ ਦੁੱਧ ਹੈ ਉਸ ਨੂੰ ਕੁਛ ਦਿਨਾਂ ਦਾ ਖੋਆ, ਕੁਛ ਦਿਨਾਂ ਦਾ ਉਹ ਫਿਰ ਬਣਾ ਕੇ ਨੀਚੇ ਮੰਡੀ ਭੇਜ ਦਿੰਦੇ। ਤਾਂ ਜਦੋਂ ਅਸੀਂ ਟੂਰਾਂ 'ਤੇ ਜਾਂਦੇ ਹਾਂ ਨਾ, ਜਿਹੜੇ ਲੋਕਲ ਲੋਕ ਹੈ ਉਹਨਾਂ ਨਾਲ ਪਤਾ ਨਹੀਂ ਉਹ ਸਾਡੀ ਸ਼ਖਸੀਅਤ ਨੂੰ ਓਬਜ਼ਰਵ ਕਰਦੇ ਹੋਣਗੇ ਜਾਂ ਸਾਡੇ ਰਿਸ਼ਤੇ ਉਹਨਾਂ ਨੂੰ ਬਹੁਤ ਛੇਤੀ ਚੰਗੇ ਬਣ ਜਾਂਦੇ ਹੈ, ਜਿਹੜੇ ਉਹ ਭੁੱਲ ਹੁੰਦੇ ਹੈ। ਫਾਰ ਐਗਜ਼ਾਮਪਲ ਅਸੀਂ ਚੌਪਟਾ ਸਾਈਡ ਗਏ ਹਾਂ 2 ਵਾਰ, ਤੁੰਗਨਾਥ 'ਤੇ ਟਰੈਕ ਹੈ, ਬਹੁਤ ਸੋਹਣਾ ਹੈ, ਔਲੀ ਸਾਈਡ 'ਤੇ ਹੈ, ਔਲੀ ਵੀ ਗਏ। ਤਾਂ ਉੱਥੇ ਅਸੀਂ ਇੱਕ ਵਾਰੀ ਸਰੀ ਰਹੇ ਕਿਸੇ ਦੇ ਮਕਾਨ 'ਚ, ਅਸੀਂ ਰਾਤਾਂ ਉਹਨਾਂ ਕੋਲੇ 2 ਰਾਤਾਂ ਰਹੇ ਹੋਵਾਂਗੇ, 3 ਰਹੇ ਹੋਵਾਂਗੇ, 3 ਕੁ ਯਾਦ ਆਉਂਦੀਆਂ। ਤਾਂ ਕੁਛ ਚਿਰ ਬਾਅਦ ਹੀ ਜਦੋਂ ਇਹਨਾਂ ਨੇ ਇੱਕ ਦਿਨ ਉੱਥੇ ਦਿਓਰੀ ਤਾਲ ਟਰੈਕ ਹੈ ਉਹ ਇਹ ਗਏ,
ਮੈਂ ਗੱਡੀ ਦੀ ਡਰਾਈਵਿੰਗ ਕਾਰਨ ਲੰਮੀ ਡਰਾਈਵਿੰਗ 600-700 ਕਿਲੋਮੀਟਰ ਦੀ ਦੋਨੇ ਕੀਤੀ ਤੇ ਥੋੜੀ ਮੈਨੂੰ ਲੱਗਿਆ ਵੀ ਗੋਡਾ ਦੁਖਦਾ ਤਾਂ ਮੈਂ ਨਹੀਂ ਗਿਆ, ਮੈਂ ਉਹਨਾਂ ਕੋਲ ਘਰੇ ਰਿਹਾ। ਤਾਂ ਇਹ ਟਰੈਕ ਕਰਕੇ ਆ ਗਏ ਤੇ ਨੈਕਸਟ ਡੇ ਅਸੀਂ ਚੌਪਟਾ ਤੁੰਗਨਾਥ ਵਾਲਾ ਟਰੈਕ ਕਰਨਾ ਸੀ। ਹਾਂਜੀ। ਉਹਨਾਂ ਦੀ ਨੂੰਹ ਸੀਗੀ, ਉਹਦੀ ਤੇ ਇੱਕ ਉਹਦੀ ਸੱਸ ਸੀ। ਸਾਨੂੰ ਸ਼ਾਮ ਨੂੰ ਉਹ ਕਹਿੰਦੇ ਵੀ ਰੋਟੀ ਕਿਚਨ 'ਚ ਖਾਇਓ, ਕੋਲੇ ਚੁੱਲ੍ਹੇ ਕੋ ਪੁਰਾਣਾ ਬਿਲਕੁਲ ਹੀ ਕਨਵੈਨਸ਼ਨਲ ਘਾਹ ਜਿਹਾ ਬਾਲ ਕੇ ਰੋਟੀ ਬਣਾਉਣਾ। ਤੇ ਉਸ ਗੱਲਾਂ ਕਰੀ ਗਏ, ਪਰ ਅਸੀਂ ਉਹਨਾਂ ਨੂੰ ਕਿਹਾ ਵੀ ਐ ਟੂਰਿਸਟ ਨੂੰ ਤੁਸੀਂ ਇੱਥੇ ਆਉਣ ਦੇ ਦਿੰਦੇ ਹੋ ਜਾਂ ਟੂਰਿਸਟ ਨੂੰ ਕਹਿੰਦੇ ਜੀ ਅੱਜ ਤੱਕ ਤੁਸੀਂ ਹੀ ਹੋ ਪਹਿਲੇ ਹੋ ਕਿ ਵੀ ਸਾਡੇ ਮਾਤਾ ਜੀ ਰੋਟੀ ਬਣਾ ਰਹੇ ਹੈ ਤੇ ਕਿਚਨ 'ਚ ਬਿਠਾ ਕੇ ਤੁਹਾਨੂੰ ਰੋਟੀ ਖਵਾ ਰਹੇ ਨਹੀਂ, ਅਸੀਂ ਉੱਥੇ ਰੋਟੀ ਦਿੰਦੇ ਹਾਂ, ਉੱਥੇ ਸਰਵ ਕਰਦੇ ਹਾਂ। ਫਿਰ ਕੀ ਹੋਇਆ, ਜਿਹੜੀ ਇਦੋਂ ਵੀ ਵੱਡੀ ਗੱਲ ਲੱਗੀ, ਜਦੋਂ ਅਸੀਂ ਤੁੰਗਨਾਥ ਚੌਪਟਾ ਜਾਣਾ ਸੀਗਾ ਟਰੈਕ ਕਰਨ ਲਈ, ਤਾਂ ਉਹਨਾਂ ਦੀ ਨੂੰਹ ਕਹਿੰਦੀ ਵੀ ਮੈਂ ਨਾਲ ਜਾਊਂ ਤੁਹਾਡੇ। ਅਸੀਂ 4 ਜਣੇ ਸੀ ਗੱਡੀ 'ਚ, ਤਾਂ ਵੀ ਜੇ ਤੁਸੀਂ ਮੈਨੂੰ ਥਾਂ ਦੇ ਦਿਓ, ਸੀਟ ਦੇ ਦਿਓ, ਅਸੀਂ ਬੈਠ ਜਾਓ, ਇੱਥੋਂ ਨਾਲ 10 ਕਿਲੋਮੀਟਰ ਤਾਂ ਜਾਣਾ ਆਪਾਂ, ਕੋਈ ਦੂਰ ਨਹੀਂ ਜਾਣਾ, ਉਦੋਂ ਬਾਅਦ ਤਾਂ ਟਰੈਕ ਹੈ ਵੀ ਟਰੈਕ 'ਤੇ ਮੈਂ ਵੀ ਤੁਹਾਡੇ ਨਾਲ ਚੱਲੂੰ। ਅੱਛਾ ਜੀ। ਤੇ ਕਮਾਲ ਇਹ ਵੀ ਉਹ ਕਹੇ ਵੀ ਇੱਥੋਂ ਦੇ ਲੋਕ ਇਸ ਗੱਲ ਨੂੰ ਚੰਗੀ ਨਹੀਂ ਸਮਝਣਗੇ ਵੀ ਮੈਂ ਤੁਹਾਡੇ ਨਾਲ ਜਾਊਂ। ਅਸੀਂ ਕਿਹਾ ਵੀ ਫਿਰ ਤੁਸੀਂ ਕਿਉਂ ਜਾਂਦੇ ਹੋ? ਕਹਿੰਦੇ ਪਰ ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈ ਵੀ ਪਰ ਲੋਕ ਕੁਝ ਕਹੀ ਜਾਣ ਵੀ ਮੈਨੂੰ ਐਂ ਪਤਾ ਵੀ ਮੈਂ ਉਹ ਘਰ ਦੇ ਵੀ ਨਹੀਂ ਮੇਰੇ ਕੁਝ ਕਹਿਣਗੇ। ਤੇ ਉਹਨਾਂ ਦੇ ਹਸਬੈਂਡ ਦਿੱਲੀ ਜੌਬ ਕਰਦੇ ਸੀਗੇ, ਲੇਡੀ ਮਤਲਬ ਜਿਹੜੀ ਉਹ ਨੂੰਹ ਸੀ, ਉੱਥੇ ਆਪਣੇ ਛੋਟੇ ਬੱਚੇ ਨਾਲ ਰਹਿੰਦੇ ਸੀ, ਬਹੁਤ ਮਿਹਨਤੀ ਸੀ। ਪਰ ਮੈਂ ਤਾਂ ਸਿਰਫ ਦੱਸਿਆ ਵੀ ਆਪਾਂ ਕਿਵੇਂ ਇੱਕ ਦੂਜੇ ਦੀ ਸ਼ਖਸੀਅਤ ਨੂੰ ਸਾਈਕੋਲੋਜੀਕਲੀ ਸਾਰੇ ਲੋਕ ਇੱਕ ਸਮਝਦੇ ਹੁੰਦੇ। ਤਾਂ ਹੁਣ ਵੀ ਅਸੀਂ ਉਹਨਾਂ ਨਾਲ ਕੰਟੈਕਟ 'ਚ ਹਾਂ। ਆਈ ਰੁਪਿੰਦਰ ਰਾਣਾ ਛਾਂਗੜ, ਮੈਨੂੰ ਬੜੀਆਂ ਅਜੀਬ ਗੱਲਾਂ ਲੱਗਦੀਆਂ ਉਹਨਾਂ ਦੀਆਂ। ਉਹ ਕਿਸੇ ਨੂੰ ਨਹੀਂ ਆਪਦੇ ਘਰ 'ਚ ਰਹਿਣ ਦਿੰਦੇ। ਉਹ ਪਹਿਲੇ ਦਿਨ ਜਿਹੜੀ ਗੱਲ ਹੋਈ ਘਟਨਾ, ਹਾਂ ਤੁਸੀਂ ਸੁਣਾ ਦਿਓ ਨਾ। ਚਲੋ ਕੋਈ ਨਹੀਂ, ਚਲੋ ਕੋਈ ਨਹੀਂ, ਮੇਰੀ ਯਾਦ ਜੀ। ਜਦੋਂ ਅਸੀਂ ਗਏ ਉਹਨਾਂ ਕੋਲੇ, ਮਤਲਬ ਪਹਿਲੇ ਦਿਨ ਇਹਨਾਂ ਨੇ ਕਿਤੇ ਫੇਸਬੁੱਕ ਤੋਂ ਦੇਖਿਆ ਹੋਊਗਾ ਵੀ ਵਧੀਆ ਨੇ ਉਹ ਇਨਸਾਨ, ਚੰਗੇ ਹੈ। ਅਸੀਂ ਜਦੋਂ ਗਏ, ਉਹ ਮੰਡੀ ਮੈਨੂੰ ਲੱਗਦਾ ਸ਼ਾਪ ਕਰਦੀ ਉਹਨਾਂ ਦੀ ਮਿਸਿਸ, ਮੰਡੀ ਜਾਣਾ ਸੀ ਉਹਨਾਂ ਨੇ, ਕੁੱਲੂ ਜਾਣਾ ਸੀਗਾ। ਤੇ ਅਸੀਂ ਜਦੋਂ ਗਏ, ਮਤਲਬ ਸਾਨੂੰ ਉਹ ਘਰ ਦੀਆਂ ਚਾਬੀਆਂ ਫੜਾ ਕੇ ਕਹਿੰਦੇ ਸਾਨੂੰ ਤਾਂ ਹੁਣ ਅਸੀਂ ਤਾਂ ਜਾਣਾ, ਅੱਜ ਸਾਡਾ ਤਾਂ ਪ੍ਰੋਗਰਾਮ ਬਣਿਆ ਹੋਇਆ ਵੀ ਆਹ ਘਰ ਦੀਆਂ ਚਾਬੀਆਂ ਤੁਸੀਂ ਘਰ ਦੇ ਸਾਰਾ ਘਰ ਖੋਲ੍ਹਤਾ ਸਾਨੂੰ ਵੀ ਤੁਸੀਂ ਆਪੇ ਬਣਾਇਓ, ਕਿਚਨ ਖੁੱਲ੍ਹੀ ਹੈ, ਆਪੇ ਬਣਾਇਓ, ਆਪੇ ਖਾਇਓ। ਤਾਂ ਵਧੀਆ ਮਤਲਬ ਜਿਹੜਾ ਬੈਡਰੂਮ ਦੇ ਵਿੱਚ ਸਾਨੂੰ ਮਤਲਬ ਪੂਰਾ ਵਧੀਆ ਵੈਡਿੰਗ ਵਗੈਰਾ ਹੋਰ ਸਾਰਾ। ਤੇ ਪਰ ਬਾਅਦ 'ਚ ਫਿਰ ਉਹਨਾਂ ਦੇ ਮਦਰ ਮਤਲਬ ਸੀਗੇ ਨਾਲ, ਉਹ ਰਹਿ ਪਏ ਵੀ ਚਲੋ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਤਾਂ ਉਹਨਾਂ ਨੇ ਸਾਰਾ ਘਰ, ਹੁਣ ਵੀ ਉਹ ਆਏ ਆ ਵੀ ਬਹੁਤ ਘੱਟ ਕਿਸੇ ਹੋਰ ਨੂੰ ਮਤਲਬ ਆਪਦੇ ਘਰ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਨਾ, ਤਾਂ ਉਹ ਘਰ ਦੇ ਵਿੱਚ ਹੀ ਉਹਨਾਂ ਨੂੰ ਆਇਆ ਹੁੰਦਾ ਸਾਡੇ ਕੋਲੇ ਆਓ, ਤੁਸੀਂ ਰਹੋ ਇੱਥੇ ਵੀ ਸਾਡੇ ਨਾਲ। ਇੱਕ ਦਿਨ ਮੈਨੂੰ ਫੋਨ ਆਇਆ, ਕਹਿੰਦੇ ਮੇਰਾ ਮਨ ਅੱਜ ਬਹੁਤ ਉਦਾਸ ਸੀ, ਮੇਰਾ ਜੀ ਕਰਦਾ ਸੀ ਮੈਂ ਤੁਹਾਡੇ ਨਾਲ ਗੱਲ ਕਰਾਂ। ਤਾਂ ਫੇਸਬੁੱਕ 'ਤੇ ਮਤਲਬ ਜਾਂ ਫੋਨ ਨਾਲ, ਹੁਣ ਵੀ ਫੋਨ ਵਗੈਰਾ ਕਰ ਲੈਂਦੇ ਆ ਵੀ ਵਧੀਆ, ਵੀ ਸਾਡੇ ਫੈਮਿਲੀ ਰਿਲੇਸ਼ਨ ਉਹਨਾਂ ਨਾਲ ਵੀ ਕਾਫੀ ਵਧੀਆ ਮਤਲਬ ਬਣੇ ਹੋਏ। ਨਹੀਂ, ਇੱਥੋਂ ਇੱਕ ਚੀਜ਼ ਇਹ ਵੀ ਪਤਾ ਲੱਗਦੀ ਹੈ ਵੀ ਜਿਵੇਂ ਤੁਸੀਂ ਇੱਥੇ ਆਪਾਂ ਬੈਠ ਕੇ ਉਹਨਾਂ ਦੀਆਂ ਇੰਨੀਆਂ ਸੋਹਣੀਆਂ ਗੱਲਾਂ ਕਰ ਰਹੇ ਹਾਂ, ਹੈ ਨਾ, ਅਤੇ ਸਾਨੂੰ ਵੀ ਜਦੋਂ ਅਸੀਂ ਕਿਸੇ ਦੂਜੀ ਸਟੇਟ 'ਚ ਜਾਂਦੇ ਹਾਂ ਤਾਂ ਸਾਡਾ ਵਿਹਾਰ ਵੀ ਇੱਦਾਂ ਦਾ ਹੋਣਾ ਚਾਹੀਦਾ ਵੀ ਜਦੋਂ ਅਸੀਂ ਉੱਠ ਕੇ ਆਈਏ ਅਗਲਾ ਵੀ ਸਾਡੀਆਂ ਗੱਲਾਂ ਕਰੇ, ਹੈ ਨਾ। ਅਤੇ ਖੂਬਸੂਰਤੀ ਦੋਨੇ ਪਾਸੇ ਹੋਣੀ ਚਾਹੀਦੀ ਆ। ਹੁਣ ਮੈਂ ਤੁਹਾਡੀ ਜ਼ਿੰਦਗੀ 'ਤੇ ਆਉਂਦੀ ਹਾਂ, ਸਭ ਤੋਂ ਜ਼ਰੂਰੀ ਜਿਹੜਾ ਸਵਾਲ ਹੁੰਦਾ ਹਰੇਕ ਜੋੜੇ ਨੂੰ, ਹੈ ਨਾ, ਕਿ ਤੁਹਾਡਾ ਵਿਆਹ ਜਿਹੜਾ ਉਹ ਕਿਵੇਂ ਹੋਇਆ? ਅਰੇਂਜ ਮੈਰਿਜ ਸੀ ਤੁਹਾਡੀ ਜਾਂ ਤੁਸੀਂ ਖੁਦ ਇੱਕ ਦੂਜੇ ਨੂੰ ਪਸੰਦ ਕੀਤਾ, ਚੁਣਿਆ ਆਪਣੇ ਲਈ? ਅਤੇ ਅੱਜ ਤੋਂ 41 ਸਾਲ ਪਹਿਲਾਂ ਮਤਲਬ ਜਿਹੜਾ ਜਦੋਂ ਤੁਸੀਂ ਫੈਸਲਾ ਕੀਤਾ, ਹੈ ਨਾ, ਤਾਂ ਉਹ ਕਿਵੇਂ ਸੀ ਸਾਰਾ? ਉਹ ਜਿਹੜਾ ਨਾ ਜੀ ਆਏ ਹੈ ਕਿ ਇਹ ਜਿਵੇਂ ਕਹਿੰਦੇ ਹੁੰਦੇ ਵੀ ਬੜੇ ਲਾਈਫ ਹੈ ਜਿਹੜੀ ਕੰਪਲੈਕਸ ਹੈ, ਉਹ ਸਿੰਪਲ ਨਹੀਂ ਹੈ। ਉਹਦੇ ਵਿੱਚ ਚਾਂਸਿਸ ਦਾ ਰੋਲ ਬਹੁਤ ਜ਼ਿਆਦਾ ਹੁੰਦਾ ਵੀ ਕਿਹੜੀ ਘੜੀ ਕਿਵੇਂ ਵਾਪਰਨੀ ਹੈ, ਕਿਵੇਂ ਨਹੀਂ। ਜੇ ਮੈਂ ਤੁਹਾਨੂੰ ਸਮਝਣਾ ਕਿ ਮੇਰੇ ਘਰ ਦੇ ਹਾਲਤ ਬਹੁਤ ਗਰੀਬੀ ਵਾਲੇ ਸੀ, ਇੰਨੀ ਗਰੀਬੀ ਵਾਲੇ ਸੀਗੇ ਕਿ ਦੱਸਣੇ ਵੀ ਮੁਸ਼ਕਲ ਨੇਗੇ। ਮਦਰ ਮੇਰੇ ਵਿਡੋ ਸੀ 30 ਸਾਲ ਦੀ ਏਜ 'ਚ। ਤਾਂ ਮੇਰੇ ਲਈ ਇਹ ਸੀਗਾ ਵੀ ਮੈਂ ਕਿਵੇਂ ਨਾ ਕਿਵੇਂ ਜਦੋਂ ਹੀ ਜੋਬ 'ਚ ਆਵਾਂ ਤਾਂ ਸਾਡੇ ਘਰੇ ਰੋਟੀ ਪ੍ਰੋਪਰ ਪੱਕਣ ਲੱਗੇ। ਤਾਂ ਮੈਂ ਬਹੁਤ ਤੇਜ਼ੀ ਨਾਲ
ਜੋਬ ਜੁਆਇਨ ਕਰਨ ਦੀ ਇੱਛਾ ਰੱਖਦਾ ਸੀਗਾ ਅਤੇ ਮੌਕੇ ਬੜੇ ਸੀਗੇ ਜੋਬ ਕਰਨ ਦੇ। ਅਤੇ ਮੈਂ ਜੋਬ ਦੇ ਵਿੱਚ ਪਹਿਲਾਂ ਸੰਗਰੂਰ ਡਿਸਟ੍ਰਿਕਟ 'ਚ ਵੈਕੈਂਸੀਆਂ ਆ ਗਈਆਂ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ 72 'ਚ, ਤਾਂ ਮੈਂ ਉੱਥੇ ਜੁਆਇਨ ਕਰ ਲਿਆ। ਥੋੜ੍ਹੇ ਚਿਰ ਬਾਅਦ ਬਠਿੰਡੇ ਦੀਆਂ ਆਈਆਂ ਤਾਂ ਉਹਨਾਂ ਨੇ ਸਟੇਸ਼ਨ ਅਲਾਟ ਕਰਤੇ ਇੰਪਲਾਇਮੈਂਟ ਐਕਸਚੇਂਜ ਰਾਹੀਂ, ਤਾਂ ਮੈਨੂੰ ਇਹਨਾਂ ਦਾ ਪਿੰਡ ਮਿਲ ਗਿਆ। ਨਜ਼ਦੀਕ ਹੀ ਰਾਮਪੁਰੇ ਦੇ, ਮਤਲਬ ਮੇਰੇ ਪੇਰੈਂਟਸ ਨਾ 7 ਕਿਲੋਮੀਟਰ ਦੂਰ ਹੈ। ਮੈਂ ਉਦੋਂ 8th 'ਚ ਸੀ, ਮਤਲਬ 8th ਸੀ, ਅਤੇ ਮੇਰੀ ਏਜ ਉਦੋਂ 20 ਸਾਲ ਦੀ ਸੀ। ਮੇਰੀ ਡੇਟ ਆਫ ਬਰਥ 52 72 ਦੇ ਵਿੱਚ ਮੈਂ ਇਹਨਾਂ ਦੇ ਪਿੰਡ ਜੋਬ 'ਤੇ ਚਲਾ ਗਿਆ। ਟੈਂਪਰੇਰੀ ਜੋਬ ਸੀ ਉਹ, ਥੋੜ੍ਹੇ ਮਹੀਨੇ ਰਹੇ ਸੀ ਬਸ। 6 ਮਹੀਨੇ। ਜਦੋਂ ਉੱਥੇ ਗਏ ਅਤੇ ਉਸ ਤੋਂ ਪਹਿਲਾਂ ਮੇਰੀ ਇੱਕ ਲਾਈਫ ਬੜੀ ਡਿਫਰੈਂਟ ਰਹੀ ਹੈ। ਉਹ ਇੱਕ ਕਹਾਣੀ ਵਰਗੀ ਹੋਈ ਬਣ ਜਾਂਦੀ ਹੈ। ਮੈਂ ਬੜਾ, ਜਿਵੇਂ ਸਵਾਮੀ ਦਾ ਕਰੈਕਟਰ ਤੁਸੀਂ ਕਦੇ ਪੜ੍ਹਿਆ ਹੋਊਗਾ, ਉਸ ਟਾਈਪ ਦਾ ਵੀ ਸੀਗਾ, ਅੰਕਲ ਪੋਜਰ ਟਾਈਪ ਵੀ ਸੀਗਾ। ਮਤਲਬ ਦੋਹਾਂ ਚੀਜ਼ਾਂ ਦਾ ਮੈਂ ਆਪ ਨੂੰ ਮਿਕਸ ਜਿਹਾ ਮੰਨਦਾ ਹੁੰਦਾ ਵੀ। ਕਦੇ ਮੈਨੂੰ ਆਪ ਨੂੰ, ਜਦੋਂ ਮੈਂ ਵੱਡਾ ਜਿਹਾ ਹੋ ਗਿਆ, ਅੰਕਲ ਪੋਜਰ ਜਿਹਾ ਲੱਗਣ ਲੱਗ ਗਿਆ। ਮੈਟ੍ਰਿਕ ਤੱਕ ਤਾਂ ਮੈਂ ਸਵਾਮੀ ਜਿਹਾ ਹੀ ਬਣਿਆ ਰਿਹਾ, ਮੈਨੂੰ ਕੁਛ ਪਤਾ ਹੀ ਨਹੀਂ ਲੱਗਦਾ ਸੀ। ਕਲਾਸ 'ਚ ਬੈਠਾ ਮੈਂ ਗੁੰਮ ਹੁੰਦਾ ਸੀ। ਚੰਬਾ ਜਿਵੇਂ ਕੋਈ ਗੱਲ ਕੰਨ 'ਚ ਹੀ ਪੈ ਜਾਂਦੀ, ਉਹਨੂੰ ਮੈਂ ਹੋਰ ਪਾਸੇ ਲੈ ਜਾਂਦਾ। ਚਲੋ, ਤਾਂ ਜਦੋਂ ਅਸੀਂ ਉੱਥੇ ਮਿਲੇ ਤਾਂ ਮੋਗਾ ਐਜੀਟੇਸ਼ਨ ਚੱਲੀ। ਉਸ ਨੇ ਮੇਰੇ 'ਤੇ ਬਹੁਤ ਪ੍ਰਭਾਵ ਪਾਇਆ। ਅਤੇ ਇਹਨਾਂ ਦਾ ਬ੍ਰਦਰ ਉਹ ਮੋਗਾ ਐਜੀਟੇਸ਼ਨ ਦੇ ਵਿੱਚ ਮਤਲਬ ਸਟੂਡੈਂਟ ਯੂਨੀਅਨ 'ਚ ਸੀਗਾ, ਤਾਂ ਉਹਨਾਂ ਦੇ ਮੈਂ ਕੰਟੈਕਟ 'ਚ ਆ ਗਿਆ। ਉਸ ਪਿੰਡ 'ਚ ਜਿਹੜੇ ਹੋਰ ਵੀ ਸੀਗੇ ਐਕਟਿਵ, ਤਾਂ ਮੈਂ ਲਗਭਗ ਸਟੂਡੈਂਟ 'ਚ ਲਾਈਫ 'ਚ ਮੇਰੀ ਉਹ ਫਸਟ ਜੋਬ ਹੀ ਸੀਗੀ, ਤਾਂ ਮੈਂ ਹਾਲੇ ਸਟੂਡੈਂਟ ਹੀ ਮਹਿਸੂਸ ਹੀ ਕਰ ਰਿਹਾ ਸੀਗਾ। ਤਾਂ ਉਹਨਾਂ ਨੂੰ ਮਿਲ ਗਿਆ। ਉਹਨਾਂ ਨੂੰ ਮਿਲਣ ਨਾਲ ਇੱਕ, ਜਿਵੇਂ ਸਟੂਡੈਂਟ ਆਪਾਂ ਨੂੰ ਬਹੁਤ ਹੁੰਦੇ ਕਲਾਸ 'ਚ, ਬਹੁਤਿਆਂ ਦਾ ਪਤਾ ਵੀ ਲੱਗ ਜਾਂਦਾ, ਬਹੁਤਿਆਂ ਦਾ ਨਹੀਂ ਪਤਾ ਲੱਗਦਾ। ਅਤੇ ਜਦੋਂ ਉਹਨਾਂ ਨੂੰ ਮਿਲਿਆ ਤਾਂ ਇੱਕ ਸਪੈਸੀਫਿਕਲੀ, ਮਤਲਬ ਇਹਨਾਂ ਨੂੰ ਤਾਂ ਫਿਰ ਜਾਣਨ ਲੱਗੇ ਨਹੀਂ ਸੀਗਾ। ਤੁਸੀਂ ਇਹਨਾਂ ਦੇ ਅਧਿਆਪਕ ਸੀਗੇ? ਹਾਂ, ਮੈਂ ਇਹਨਾਂ ਨੂੰ ਪੜ੍ਹਾਉਂਦਾ ਸੀ, ਸਾਇੰਸ ਟੀਚਰ ਸੀ ਮੈਂ। ਅਤੇ ਉਦੋਂ ਸਾਇੰਸ ਮੈਥ ਦੀ ਇੱਕੋ ਹੀ ਪੋਸਟ ਹੁੰਦੀ ਸੀਗੀ ਮਿਡਲ ਸਕੂਲ 'ਚ। ਅਤੇ ਉਹ ਇਸ ਤਰ੍ਹਾਂ ਇਹਨਾਂ ਨੂੰ ਜਾਣਨ ਲੱਗ ਗਏ। ਅਤੇ 6 ਕੁ ਮਹੀਨਿਆਂ ਬਾਅਦ ਮੈਨੂੰ ਇਹ ਲੱਗਿਆ ਵੀ ਇਹ ਤਾਂ ਸਕੂਲ ਬਹੁਤ ਛੋਟਾ ਹੈ, ਅਤੇ ਮੈਂ ਹਾਈ ਸਕੂਲ ਲੈ ਲਿਆ ਨੈਕਸਟ ਅਪੁਆਇੰਟਮੈਂਟ 'ਚ। ਪਰ ਇਹਨਾਂ ਦੇ ਬ੍ਰਦਰ ਦੇ ਨਾਲ ਮੇਰਾ ਇੱਕ ਇਹੋ ਜਿਹਾ ਰਿਸ਼ਤਾ ਬਣ ਗਿਆ, ਦੋਸਤੀ ਵਾਲਾ। ਮੈਨੂੰ ਲੱਗਦਾ ਵੀ ਉਹਨਾਂ ਵਰਗੇ ਦੋਸਤ ਮੇਰੀ ਜ਼ਿੰਦਗੀ 'ਚ ਮੁੜ ਕੇ ਕੋਈ ਆਇਆ ਨਹੀਂ। ਇੱਕ ਕਾਰਨ ਮਤਲਬ ਇਹ ਬਣਿਆ ਵੀ ਜਿਹਨੂੰ ਆਪਾਂ ਕਹਿ ਸਕਦੇ ਵੇਸ। ਅਤੇ ਮੇਰੇ ਘਰ ਦੇ ਵਿੱਚ, ਜੇ ਮੈਂ ਦੱਸਿਆ ਕਿ ਮੇਰੇ ਮਦਰ ਵਿਡੋ ਸੀ, ਜਿਵੇਂ ਮੈਨੂੰ ਉਹਨਾਂ ਨੇ ਪਾਲਿਆ, ਵੱਡਾ ਬੱਚਾ ਸੀ ਮੈਂ, ਤਾਂ ਉਹ ਇੱਕ ਬਹੁਤ ਅੱਡ ਲੰਮੇ ਇਸ਼ੂ ਨੇਗੇ। ਤਾਂ ਮੈਨੂੰ ਐਂ ਹੁੰਦਾ ਵੀ ਉਹ ਮੈਨੂੰ ਵਾਰ-ਵਾਰ ਐਂ ਹੁੰਦਾ ਵੀ ਇਹਨਾਂ ਦੀ ਕੇਅਰ ਮੈਂ ਹੀ ਕਰ ਸਕਦਾ। ਅਤੇ ਮੈਨੂੰ ਆਪ ਨੂੰ ਐਂ ਲੱਗਦਾ ਵੀ ਉਹ ਵੀ ਐਂ ਮਹਿਸੂਸ ਕਰਦੇ ਸੀ ਵੀ ਮੇਰੇ ਬ੍ਰਦਰ ਸਿਸਟਰ ਹੋਰ ਵੀ ਸੀਗੇ। ਮੈਨੂੰ ਅਤੇ ਸਾਨੂੰ ਦੋਹਾਂ ਨੂੰ ਅਨਸੈਡ ਇਹ ਲੱਗਦਾ ਸੀ ਵੀ ਅਸਲ 'ਚ ਮੈਂ ਹੀ ਇਹਨਾਂ ਦੀ ਕੇਅਰ ਕਰ ਸਕਦਾ। ਮੈਂ ਇਹਨਾਂ ਦੀਆਂ ਫੀਲਿੰਗ ਨੂੰ ਸਮਝਦਾ, ਉਹ ਮੇਰੀਆਂ ਨੂੰ ਸਮਝਦੇ ਸੀਗੇ। ਤਾਂ ਜਦੋਂ ਇਹ ਮੇਰੀ ਮੈਰਿਜ ਦੀ ਮੇਰੇ ਮਨ 'ਚ ਇੱਕ ਵਿਚਾਰ ਚੱਲਦੇ ਸੀ ਵੀ ਮੇਰੀ ਮੈਰਿਜ ਜੇ ਹੋਵੇ ਤਾਂ ਇੱਕ ਉਸ ਔਰਤ ਨਾਲ ਹੋਣੀ ਚਾਹੀਦੀ ਹੈ ਜਾਂ ਲੇਡੀ ਨਾਲ ਹੋਣੀ ਚਾਹੀਦੀ ਹੈ ਜਿਹੜੀ ਸਾਡੀ ਬੈਕਗਰਾਊਂਡ ਨੂੰ ਸਮਝ ਸਕੇ। ਮਤਲਬ ਮਾਂ ਪੁੱਤ ਦਾ ਸਾਡਾ ਰਿਸ਼ਤਾ ਕੀ ਹੈ, ਇਹਨਾਂ ਨੇ ਮੈਨੂੰ ਕਿਵੇਂ ਪਾਲਿਆ, ਉਹ ਕੋਈ ਸਮਝ ਨਹੀਂ ਸਕਣਾ। ਇਹ ਮੇਰੀ ਬਹੁਤ ਵੱਡੀ ਸਮੱਸਿਆ ਸੀ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਯੂਨੀਅਨਾਂ ਟੀਚਰਸ ਦੀਆਂ ਵੀ ਬੜੀਆਂ ਐਕਟਿਵ ਸੀ। ਜਿਹੜੀਆਂ ਲੇਡੀ ਟੀਚਰ ਸੀਗੀਆਂ ਉਹਦੇ ਵਿੱਚ ਵੀ ਸੀਗਾ। ਇਹ ਮੈਰਿਜ ਦਾ ਉਹਨਾਂ ਦਿਨਾਂ 'ਚ ਸੀਗਾ ਵੀ ਜੇ ਕਿਸੇ ਦਾ ਕੋਈ ਹੋ ਜਾਏ ਤਾਂ ਠੀਕ ਹੈ, ਇਹਨੂੰ ਵਿਚਾਰ ਇੱਕੋ ਜਿਹੇ ਹੁੰਦੇ ਆ। ਅਤੇ ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਉਹ ਸਾਡਾ ਤਾਂ ਟੋਟਲੀ ਇੱਕ ਇਸ਼ੂ ਹੀ ਡਿਫਰੈਂਟ ਹੈ ਵੀ ਉਹ ਹਰ ਇੱਕ ਬੰਦਾ ਡੈਮੋਕ੍ਰੈਟਿਕ ਰਹਿਣਾ ਚਾਹੁੰਦਾ। ਤਾਂ ਮੇਰੇ ਮਦਰ ਦੀ ਤਾਂ ਸੁਭਾਅ ਬਹੁਤ ਅਨੁਸ਼ਾਸਨ ਵਾਲਾ ਸੀ, ਸਖਤ ਸੁਭਾਅ ਦੇ ਸੀਗੇ। ਮਤਲਬ ਮੋਰਲ ਵੈਲਿਊ ਦੇ ਵਿੱਚ ਬਹੁਤ ਸਖਤ ਸੁਭਾਅ ਦੇ ਸੀ। ਮਤਲਬ ਲਾਈਕ ਕਿ ਜਿਵੇਂ ਕਹਿਣਗੇ ਵੀ ਸਵਾਦ ਹੈ ਜਿਹੜਾ ਉਹ ਤੁਹਾਡੇ ਆਚਰਨ ਨੂੰ ਖਰਾਬ ਕਰਦਾ। ਅਤੇ ਸਾਨੂੰ ਵਾਰ-ਵਾਰ ਸਮਝਾਉਂਦੇ ਸੀ ਵੀ ਢਿੱਡ ਭਰ ਲੈਣਾ ਚਾਹੀਦਾ ਬਸ। ਜੇ ਤੁਸੀਂ ਸਵਾਦ 'ਚ ਪੈ ਗਏ ਜੀਭ ਦੇ 'ਚ, ਫਿਰ ਤੁਹਾਡੇ ਕਰੈਕਟਰ 'ਤੇ ਹੀ ਫਰਕ ਪਊਗਾ। ਤੁਸੀਂ ਇਸ ਗੱਲ ਦਾ ਖਿਆਲ ਰੱਖਣਾ। ਜਦੋਂ ਇਹ ਜਿਹੀਆਂ ਗੱਲਾਂ ਉਹ ਕਰਦੇ ਸੀ ਅਤੇ ਬਹੁਤ ਮਿਹਨਤ ਕਰਦੇ ਸੀ। ਜਦੋਂ ਮੈਂ ਜੋਬ 'ਚ ਲੱਗ ਗਿਆ
ਉਦੋਂ ਵੀ ਬਹੁਤ ਮਿਹਨਤ ਕਰਦੇ, ਚਰਖਾ ਕੱਤਦੇ ਤਾਂ ਮਤਲਬ ਕਦੇ ਕੋਈ ਵੀ ਉਹਨਾਂ ਨੇ ਵਿਹਲਾ ਰਹਿਣਾ ਨਹੀਂ ਸੀ। ਤਾਂ ਹੁਣ ਉੱਥੇ ਹੀ ਕਿਹੋ ਜਿਹੀ ਔਰਤ ਕੱਟੋ, ਜੇ ਉਹਦੇ ਨਾਲ ਉਹਦੇ ਰਿਲੇਸ਼ਨ ਖਰਾਬ ਹੋ ਗਏ ਤਾਂ ਸਾਡੇ ਰਿਸ਼ਤਾ ਮੇਰਾ ਵਾਈਫ ਨਾਲ ਮੈਨੂੰ ਪਤਾ ਸੀ ਰਹਿਣਾ ਨਹੀਂ। ਇਹ ਮੇਰੀ ਵੱਡੀ ਪ੍ਰੋਬਲਮ ਸੀ, ਜਿੱਥੇ 'ਚ ਮੈਂ ਸੋਚਦਾ ਸੀ ਵੀ ਕੋਈ ਇਹੋ ਜਿਹੀ ਕੋਈ ਕੁੜੀ ਹੋਵੇ ਜਿੱਥੇ ਮੈਨੂੰ ਭਾਵੇਂ ਮੈਂ ਉਹਦੇ ਨਾਲ ਬਹੁਤ ਕੰਪਰੋਮਾਈਜ਼ ਕਰ ਲਵਾਂ, ਮੈਂ ਉੱਥੋਂ ਕਿੰਨੀ ਵੀ ਮੈਥੋਂ ਡਿਮਾਂਡ ਕਰ ਲਏ ਮੈਂ ਕੋਸ਼ਿਸ਼ ਕਰੂੰਗਾ ਮੈਂ ਉਹ ਪੂਰੀ ਕਰ ਦੂੰ, ਪਰ ਉਹ ਮੇਰੀ ਮਦਰ ਨਾਲ ਠੀਕ ਰੱਖ ਲਏ, ਕਿਉਂਕਿ ਉਹ ਸੁਭਾਅ ਵੀ ਪੇਂਡੂ ਸੀ, ਪਸ਼ੂਆਂ ਪਾਲਣਾ, ਖੇਤੀ ਕਰਨੀ, ਉਹਨਾਂ ਦਾ ਬੋਲਣ ਦਾ ਤਰੀਕਾ ਵੀ ਥੋੜ੍ਹੀ ਥੋੜ੍ਹੀ ਗੱਲ 'ਤੇ ਵੀ ਐਵੇਂ ਸੁੱਤੇ ਪਾਇਓ ਉੱਠਦੇ ਨਹੀਂ, ਐਂ ਨਹੀਂ ਕਰਦੇ, ਵੀ ਕੁਛ ਵੀ ਕਰ ਸਕਦੇ ਉਹ ਕਹਿ ਸਕਦੇ। ਤਾਂ ਮੈਰਿਜ ਤਾਂ ਮੇਰੇ ਛੋਟੀ ਸਿਸਟਰ ਦੀ ਵੀ ਹੋ ਗਈ, ਬ੍ਰਦਰ ਦੀ ਵੀ ਹੋ ਗਈ। ਛੋਟੇ ਨੇ ਦੋਨੋਂ ਬ੍ਰਦਰ ਸਿਸਟਰ। ਉਹ ਜਦੋਂ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਤੁਸੀਂ ਕਰੋ, ਅਤੇ ਮੈਨੂੰ ਵੀ ਨਹੀਂ ਕੋਈ ਠੀਕ ਜਿਹਾ ਲੱਗਿਆ। ਤਾਂ ਇਨ ਦਾ ਮੀਨ ਟਾਈਮ ਸਾਡੇ ਇੱਕ ਮੇਰਾ ਕਿਸੇ ਦੋਸਤ ਕੋਲ ਬੈਠਣ ਉੱਠਣ ਸੀ, ਉਹਨਾਂ ਦੇ ਮਾਤਾ ਜੀ ਵੀ ਜਿਵੇਂ ਬਹੁਤ ਅੱਛੇ ਸੀਗੇ, ਮੇਰੇ 'ਤੇ ਮਤਲਬ ਉਹਨਾਂ ਦਾ ਬਹੁਤ ਪ੍ਰਭਾਵ ਸੀ। ਸੁਖਮੰਡਲ ਕੌਰ ਸੀ ਉਹਨਾਂ ਦਾ ਨਾਮ, ਟੀਚਰ ਸੀਗੇ, ਅਸੀਂ ਦੋਨੋਂ ਫੈਮਿਲੀਜ਼ ਹੀ ਜਾਂਦੇ ਸੀ ਉਹਨਾਂ ਦੇ ਘਰ ਨਾ। ਅੱਛਾ। ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ, ਇਹ ਕੋਈ ਗੱਲ 78 ਕੁ ਦੀ ਗੱਲ ਸੀਗੀ, ਅਸੀਂ ਉਸ ਤੋਂ ਬਾਅਦ ਕੋਈ ਖਾਸ ਨਹੀਂ ਮਿਲੇ, ਪਰ ਐਂ ਨਹੀਂ ਕੋਈ ਵੀ ਜਿਵੇਂ ਆਪਾਂ ਹੋਰ ਥਰਡ ਪਰਸਨ ਨੂੰ ਮਿਲ ਲੈਂਦੇ ਹਾਂ, ਕੋਈ ਉਹ ਨਹੀਂ, ਅਦਰਵਾਈਜ਼ ਸਾਡਾ ਕੋਈ ਆਪਸ ਵਿੱਚ ਨਹੀਂ ਸੀਗਾ। ਵੀ ਉਹ ਮੈਨੂੰ ਕਹਿੰਦੇ, ਰਾਜ ਜੇ ਤੂੰ ਉਹਨਾਂ ਦੀ ਗੁੱਡੀ ਨਾਲ ਮੈਰਿਜ ਕਰਵਾ ਲੈ, ਤੂੰ ਕਿਹੜਾ ਕੋਈ ਡੌਰੀ ਲੈਣੀ ਹੈ। ਅੱਛਾ ਜੀ। ਸਾਡੇ ਵੀ ਅਸਲ 'ਚ ਫੈਮਿਲੀ ਬੈਕਗ੍ਰਾਉਂਡ ਨਾ, ਮਤਲਬ ਘਰ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਸੀ, ਅਤੇ ਫਾਦਰ ਮੇਰੇ ਉਹਨਾਂ ਕੋਲੇ ਆਉਂਦੇ ਹੁੰਦੇ ਸੀ। ਉਹਨਾਂ ਨੂੰ ਫਿਰ ਤਾਂ ਕਰਕੇ ਇਹ ਸੀਗਾ ਵੀ ਚੱਲ ਜੇ ਤੂੰ ਕਰਾ ਲਈ ਉੱਥੇ ਮੈਰਿਜ ਤਾਂ ਠੀਕ ਹੈ। ਵੀ ਮੈਂ ਉਹਨਾਂ ਨੂੰ ਮਾਸੀ ਜੀ ਕਹਿੰਦਾ ਹੁੰਦਾ ਸੀਗਾ, ਅਤੇ ਉਹ ਉਹਨਾਂ ਦੇ ਬੱਚੇ ਵੀ ਉਹਨਾਂ ਨੂੰ ਮਾਸੀ ਜੀ ਕਹਿੰਦੇ ਹੁੰਦੇ ਸੀ, ਜਿਨ੍ਹਾਂ ਨਾਲ ਮੇਰੀ ਜਾਣ ਪਛਾਣ ਸੀ। ਅਤੇ ਮੈਂ ਮਾਸੀ ਜੀ ਉਹ ਆਪਾਂ ਮੈਥੋਂ ਗੁੱਡੀ ਛੋਟੀ ਬਹੁਤ, ਉਹਦਾ ਮੈਨੂੰ ਲੱਗਦਾ ਨਹੀਂ ਵੀ ਮੰਨਣਗੇ, ਜਾਂ ਉਹਨਾਂ ਦੇ ਮਨ 'ਚ ਕੀ ਹੋ। ਅਤੇ ਕਹਿੰਦੇ ਵੀ ਆਪਾਂ ਗੱਲ ਕਰਕੇ ਦੇਖ ਲੈਂਦੇ ਹਾਂ। ਮੈਂ ਕਿਹਾ ਦੇਖ ਲਓ, ਇੱਥੋਂ ਤਾਂ ਬਹੁਤ ਛੋਟੇ, ਮੈਂ ਕਿਹਾ ਉਹ ਪਤਾ ਨਹੀਂ ਕਿਵੇਂ ਜੇ ਲੱਗੂ, ਜਾਂ ਉਹ ਗੁੱਡੀ ਐਡਜਸਟ ਕਰੂ, ਜਾਂ ਘਰ ਦੇ ਕਿਵੇਂ। ਅਤੇ ਉਹਨਾਂ ਨੇ ਜਦੋਂ ਕੁਛ ਦਿਨਾਂ ਬਾਅਦ ਮੈਨੂੰ ਉਹ ਜਾ ਕੇ ਘਰੇ ਗੱਲ ਚੱਲੀ, ਇਹਨਾਂ ਦੇ ਘਰੇ ਗੱਲ ਹੋਈ ਹੋਣੀ ਹੈ, ਕੁਛ ਦਿਨ ਗੈਪ ਪੈ ਜਾਂਦਾ, ਕੋਈ ਐਂ ਤਾਂ ਹੈ ਨਹੀਂ ਸੀ ਵੀ ਕੋਈ ਗੱਲ ਵੀ ਤੁਰੰਤ ਵਾਲੀ ਹੈ, ਕਿਉਂਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੈਂ ਕੀ ਕਰਨਾ। ਤਾਂ ਉਹ ਮੈਨੂੰ ਕਹਿੰਦੇ ਵੀ ਉਹਨਾਂ ਨੂੰ ਤਾਂ ਠੀਕ ਹੈ, ਤੁਸੀਂ ਦੇਖੋ। ਮੈਂ ਕਿਹਾ ਮੈਨੂੰ ਤਾਂ ਠੀਕ ਹੀ ਹੈ, ਕਿਉਂਕਿ ਮੈਂ ਹੁਣ ਅੱਗੇ ਵੀ ਪ੍ਰੈਕਟੀਕਲੀ ਮੈਨੂੰ ਠੀਕ ਕਿਉਂ ਸਮਝਦਾ ਸੀ, ਮੈਨੂੰ ਨੂੰ ਐਂ ਜੇ ਮਹਿਸੂਸ ਕਰਦਾ ਸੀ ਵੀ ਸਾਡੀ ਇਕਨੋਮਿਕ ਕੰਡੀਸ਼ਨ ਘਰ ਦੀ ਇੱਕੋ ਜਿਹੀ ਹੈ। ਇਹਨਾਂ ਨੇ ਵੀ ਸਖਤ ਮਿਹਨਤ ਕੀਤੀ ਹੋਈ ਹੈ, ਮੇਰੀ ਮਦਰ ਵੀ ਸਖਤ ਮਿਹਨਤ ਕਰ ਰਹੀ ਹੈ, ਮੈਂ ਵੀ ਮਿਹਨਤ ਕਰਨ ਵਾਲਿਆਂ 'ਚ ਹੀ ਹਾਂ। ਉਨੀ ਮਿਹਨਤ ਨਹੀਂ ਮੈਂ ਕਰਦਾ ਸੀ, ਐਂ ਕਹ ਲਓ ਇਹਨਾਂ ਦੇ ਮੁਕਾਬਲੇ 10% ਕਰਦਾ ਹੋਊਗਾ, ਪਰ ਮਿਹਨਤ 'ਚ ਮੇਰਾ ਵਿਸ਼ਵਾਸ ਸੀਗਾ। ਤਾਂ ਜਦੋਂ ਰਹਿਣਾ ਮੇਰਾ ਬਾਹਲਾ ਸਾਦਾ ਸੀਗਾ ਵੀ ਮੈਂ ਇੱਕ ਜਿਵੇਂ ਆਮ ਬੰਦੇ ਨਾ ਰਹਿ ਨਹੀਂ ਸਕਦਾ ਵੀ ਪੋਚ ਕੇ ਜੇ। ਅਤੇ ਉਹ ਵੀ ਮੈਨੂੰ ਐਂ ਪਤਾ ਸੀ ਵੀ ਬਹੁਤੀਆਂ ਔਰਤਾਂ ਭਾਵੇਂ ਮੁੱਢ 'ਚ ਕਹਿ ਦੇਣ, ਪਰ ਬਾਅਦ 'ਚ ਉਹ ਪਸੰਦ ਨਹੀਂ ਕਰਨਗੀਆਂ, ਉਹਨਾਂ ਨੂੰ ਐਂ ਹੋਊਗਾ ਵੀ ਐਂ ਰਹੇ, ਵੀ ਮੈਂ ਰਹਿ ਨਹੀਂ ਸਕਦਾ, ਬਹੁਤ ਦੇਸੀ ਜਿਹਾ ਰਹਿਣਾ ਬਾਹਲਾ ਜ਼ਿਆਦਾ। ਅਤੇ ਉਹ ਫਿਰ ਮੈਨੂੰ ਲੱਗਿਆ ਵੀ ਇਹ ਵੀ ਕੁਛ ਠੀਕ ਹੋ ਸਕਦਾ ਕੁਛ। ਫਿਰ ਬੈਠ ਕੇ ਮੈਂ ਇਹਨਾਂ ਨਾਲ ਜਦੋਂ ਇਹਨਾਂ ਨੇ ਹਾਂ ਕਹੀ, ਇਹ ਗੱਲ ਕੀਤੀ ਵੀ, ਭਾਵੇਂ ਇਹ ਗੱਲ ਨੂੰ ਮਹਿਸੂਸ ਕਰਨਾ ਮੁਸ਼ਕਿਲ ਹੈ, ਸਮਝ ਲੈਣਾ ਜਾਂ ਹਾਂ ਕਹਿ ਦੇਣੀ ਇਹ ਛੋਟੀ ਹੁੰਦੀ ਹੈ। ਮੈਨੂੰ ਆਪ ਨੂੰ ਵੀ ਪਤਾ ਸੀਗਾ ਵੀ ਮੈਂ ਇਹਨੂੰ ਕਹਿ ਦੂੰਗਾ ਵੀ ਮੇਰੀ ਮਦਰ ਦਾ ਤੂੰ ਖਿਆਲ ਰੱਖ ਲਈ, ਮੈਂ ਤੇਰਾ ਖਿਆਲ ਰੱਖ ਲਈ, ਪਰ ਹਾਂ ਤਾਂ ਮੈਨੂੰ ਪਤਾ ਸੀ ਵੀ ਕਹਿ ਦੂੰ। ਮੈਨੂੰ ਬਹੁਤ ਕਹਿੰਦਾ, ਜਦੋਂ ਅਸੀਂ ਸਾਡੇ ਜਦੋਂ ਕਿ ਹਾਂ ਹੋ ਗਈ ਦੋਹਾਂ ਪਰਿਵਾਰਾਂ ਦੀ, ਇਹਨਾਂ ਦੇ ਬ੍ਰਦਰ ਨਾਲ ਤਾਂ ਮੇਰੇ ਰਿਲੇਸ਼ਨ ਸੀਗੇ ਬਹੁਤ, ਅਤੇ ਇਹਨਾਂ ਦੇ ਬ੍ਰਦਰ ਵੀ ਬਹੁਤ ਬੋਲਡ ਸੀਗੇ, ਬਰੋਡ ਮਾਈਂਡਡ ਸੀਗੇ। ਉਹ ਕਹਿੰਦੇ ਸੀ ਵੀ ਰਾਜ ਤੁਸੀਂ ਉਹਨੂੰ ਮਿਲਣਾ ਹੋਵੇ ਨਾ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਮੇਰੇ ਕੋਲ ਆ ਕੇ ਮਿਲੋ। ਬੈਂਕ 'ਚ ਲੱਗੇ ਹੋਏ ਸੀ ਬ੍ਰਦਰ ਨਾ, ਉੱਥੇ ਮੈਂ ਪੜ੍ਹਦੀ ਸੀ, DAV ਕਾਲਜ 'ਚ ਪੜ੍ਹਦੇ ਸੀ ਉੱਥੇ। ਅਤੇ ਵੀ ਕੋਈ ਦਿੱਕਤ ਨਹੀਂ ਹੈ, ਜਦੋਂ ਮਰਜ਼ੀ ਆਓ, ਕੋਈ ਗੱਲਬਾਤ ਕਰਦੇ ਰਹੋ ਸਕੋ।
ਤੇ ਮੈਂ ਜਾਣਦਾ ਤਾਂ ਮੈਂ ਬਾਰ-ਬਾਰ ਮੇਰਾ ਤਾਂ ਇਹੀ ਸੀਗਾ ਵੀ ਮੇਰੀ ਤਾਂ ਮਦਰ ਨਾਲ ਥੋੜ੍ਹੀ ਐਡਜਸਟਮੈਂਟ ਹੋਵੇ ਤਾਂ ਠੀਕ ਹੈ। ਇਹਨਾਂ ਨੂੰ ਖੁਸ਼ੀ ਸੀਗੀ ਵੀ ਹੋ ਜੂਏ, ਕੀ ਖਾਸ ਗੱਲ ਹੈ। ਮੈਨੂੰ ਬਹੁਤ ਔਖਾ ਲੱਗਦਾ ਸੀ ਇਹ ਹੋਣੀ। ਤੁਹਾਨੂੰ ਡਰ ਲੱਗਦਾ ਸੀ ਵੀ ਕਿਤੇ ਆਉਂਦੇ ਹੀ ਨਾ ਭਾਂਡੇ ਖੜਕਾ ਲੈ? ਸਾਡੇ ਮਾਂ ਜੀ ਤਾਂ ਸਾਰੇ ਡਰਦੇ ਸੀ ਜੀ, ਮਾਮੇ ਚਾਚੇ ਆਂਢ ਗੁਆਂਢ। ਮਿਹਨਤੀ ਬਹੁਤ ਸੀ, ਬਹੁਤ ਨਾਈਸ ਸੀਗੇ ਤੇ ਮਤਲਬ ਸੁਭਾਅ ਥੋੜਾ ਜਿਹਾ ਸਖਤ ਸੀ ਉਹਨਾਂ ਦਾ। ਤੁਹਾਨੂੰ ਆਂਟੀ ਐ ਨਹੀਂ ਸੀ ਲੱਗਦਾ ਵੀ ਜਦੋਂ ਹਰ ਮੁਲਾਕਾਤ ਤੇ ਬੰਦਾ ਕਵੇ ਵੀ ਮੇਰੀ ਮਾਂ ਨਾਲ ਬਣਾ ਕੇ ਰੱਖਣਾ? ਨਹੀਂ, ਮੈਂ ਤਾਂ ਨਹੀਂ ਕਦੇ ਕਿਹਾ ਸੀ, ਮੈਂ ਤਾਂ ਕਦੇ ਨਹੀਂ ਕਿਹਾ ਇਹਨਾਂ ਨੇ। ਅੱਛਾ, ਹਰ ਮੁਲਾਕਾਤ ਤੇ ਨਹੀਂ, ਮੈਨੂੰ ਯਾਦ ਨਹੀਂ ਹੈ ਮਤਲਬ ਕਦੇ ਟੌਪਿਕ ਆਇਆ ਇਹ ਕਿਹਾ, ਸਮਝਾਇਆ ਮੈਂ। ਹਾਂ ਇਹ ਤਾਂ ਹੈਗਾ ਸੀਗਾ ਵੀ ਸਮਝਾਇਆ। ਮੈਨੂੰ ਆਪ ਨੂੰ ਐਂ ਲੱਗਦਾ ਵੀ ਮੈਂ ਇਹਨੂੰ ਦੱਸਿਆ, ਇਹ ਭੁੱਲ ਗਏ ਹੋਣਗੇ। ਨਹੀਂ, ਮੈਨੂੰ ਯਾਦ ਨਹੀਂ। ਮੈਨੂੰ ਇਹ ਅਸਲ 'ਚ ਚੰਗੇ ਬਹੁਤ ਲੱਗਦੇ ਸੀ। ਇਹ ਉਹ ਫਿਰ ਬਹੁਤ ਸਮਝ ਨਹੀਂ ਲੱਗਦੀ ਦੂਜੀ ਗੱਲ। ਇਹ ਗੱਲ ਨਾ ਸਾਡੀ ਹੁਣ ਵੀ ਚੱਲਦੀ ਰਹਿੰਦੀ ਹੈ। ਜਦੋਂ ਹੁਣ ਤੁਹਾਨੂੰ ਦੱਸ ਰਹੇ ਸੀਗੇ ਵੀ ਮੈਨੂੰ ਇੰਨਾ ਮੋਟੀਵੇਟ ਕੀਤਾ, ਸਾਡੀ ਦੂਜੇ ਚੌਥੇ ਇਹ ਗੱਲ ਹੋ ਜਾਂਦੀ ਹੈ ਵੀ ਮੈਂ ਉਹੋ ਜਿਹਾ ਨਹੀਂ ਹਾਂ। ਇੱਕ ਇਹ ਕਹਿਣਗੇ ਤੈਨੂੰ ਹੀ ਲੱਗਦਾ ਇਹ ਨਕਸ਼ਾ ਤੇਰੇ ਮਨ 'ਚ ਮੇਰੇ ਬਾਰੇ ਬੜਾ ਕੁੱਤਾ ਬਣਿਆ ਵੀ ਮੈਂ ਬਹੁਤ ਕਮਾਲ ਹੈ, ਵੀ ਮੈਂ ਇਹੋ ਜਿਹਾ ਕੁਛ ਨਹੀਂ ਹਾਂ। ਨਹੀਂ, ਮੈਂ ਫਿਰ ਹੁਣ ਪਹਿਲਾਂ ਇਹ ਚੀਜ਼ ਪੁੱਛਣੀ ਚਾਹੂੰ, ਜਦੋਂ ਤੁਸੀਂ ਕਿਹਾ ਵੀ ਮੈਨੂੰ ਚੰਗੇ ਹੀ ਬਹੁਤ ਲੱਗਦੇ ਸੀ ਨਾ, ਤੇ ਕਿ ਇੰਨੇ ਚੰਗੇ ਕਿਉਂ ਲੱਗਦੇ ਸੀ? ਨਹੀਂ, ਬਸ ਜਦੋਂ ਮਤਲਬ ਮੈਂ ਤਾਂ ਛੋਟੀ ਸੀ ਜਦੋਂ ਸਾਨੂੰ ਇਹਨਾਂ ਨੇ 6 ਮਹੀਨੇ ਪੜ੍ਹਾਇਆ। ਮਤਲਬ ਇਹਨਾਂ ਦਾ ਗੱਲਬਾਤ ਕਰਨ ਦਾ ਢੰਗ ਜਾਂ ਪੜ੍ਹਾਉਣ ਦਾ, ਜਿਵੇਂ ਟੀਚਰ ਤੁਹਾਨੂੰ ਵਧੀਆ ਲੱਗਦੇ ਆ, ਇਹ ਮੈਨੂੰ ਮਤਲਬ ਐ ਵੀ ਸਾਰੇ ਟੀਚਰਸ ਦੇ ਵਿੱਚੋਂ ਹੀ ਵੀ ਬਹੁਤ ਚੰਗੇ ਲੱਗਦੇ ਸੀ, ਵਧੀਆ ਲੱਗਦੇ ਸੀ। ਤੇ ਐਂ ਤਾਂ ਕਦੇ ਮਤਲਬ ਇਹੋ ਜਿਹੀ ਗੱਲ ਤਾਂ ਆਪਾਂ ਸੋਚਦੇ ਹੀ ਨਹੀਂ, ਕਿਉਂਕਿ ਸਾਡਾ ਗੈਪ ਬਹੁਤ ਸੀ ਉਦੋਂ। ਮੈਂ ਤਾਂ ਬਹੁਤ ਛੋਟੀ ਆਪਦੇ ਆਪ ਨੂੰ ਮਤਲਬ, ਪਰ ਮੈਂ ਇੱਕ ਵਾਰੀ ਇਹ ਜ਼ਰੂਰ ਸੋਚਿਆ, ਤੁਹਾਨੂੰ ਦੱਸਦੀ ਆ ਵੀ ਜਦੋਂ ਸਾਲ 2 ਸਾਲ ਲੰਘ ਗਏ, ਮੈਨੂੰ ਐ ਵੀ ਇਹ ਇੰਨਾ ਵਧੀਆ ਸੁਭਾਅ ਹੈ ਇਹਨਾਂ ਦਾ। ਹੋਰ ਹੈ, ਮੇਰੇ ਮਾਸੀ ਜੀ ਸੀ ਇਹਨਾਂ ਦੀ ਉਮਰ ਦੇ, ਮੈਨੂੰ ਐ ਵੀ ਜੇ ਉਹਨਾਂ ਨਾਲ ਇਹਨਾਂ ਦੀ ਮੈਰਿਜ ਹੋ ਜੇ ਤਾਂ ਮੈਂ ਕਿਸੇ ਨੂੰ ਦੱਸਿਆ ਨਹੀਂ। ਇਹਨਾਂ ਕੋਲ ਕਹਿੰਦੇ ਹੋਰ ਮੈਨੂੰ ਉੱਥੇ ਵਸਾਉਣ ਵੀ ਉੱਥੇ ਜੇ ਮੈਰਿਜ ਹੋ ਜੇ ਤਾਂ ਵਧੀਆ ਹੋ ਜੇ, ਵੀ ਚਲੋ ਫਿਰ ਬੰਦਾ ਆ ਜਾ ਸਕਦਾ ਹੈ। ਤੇ ਕਿਸੇ ਨਾਲ ਸ਼ੇਅਰ ਤੇ ਕੀ ਕਰਨੀ ਸੀ, ਛੋਟੀ ਸੀ ਮਤਲਬ ਮੈਂ। ਫਿਰ ਵਧੀਆ ਲੱਗਿਆ ਮੈਨੂੰ ਤਾਂ, ਉਹੀ ਗੱਲ ਵੀ ਸ਼ੁਰੂ ਤੋਂ ਵਧੀਆ ਲੱਗਦੇ ਸੀ। ਕੋਈ ਐ ਨਹੀਂ ਲੱਗਿਆ, ਕੋਈ ਏਜ ਦਾ ਨਹੀਂ ਲੱਗਿਆ ਜਾਂ ਹੋਰ ਕੋਈ ਵੀ। ਘਰਦਿਆਂ ਨੂੰ, ਮੇਰੇ ਮਦਰ ਨੂੰ ਇੱਕ ਵਾਰੀ ਲੱਗਿਆ ਸਮਾਂ ਜਦੋਂ ਗੱਲ ਚੱਲੀ ਨਾ, ਕਹਿੰਦੇ ਵੀ ਏਜ ਦਾ ਗੈਪ ਹੈ। ਫਿਰ ਮੇਰੇ ਬ੍ਰਦਰ ਵੀ ਮਤਲਬ ਕਹਿੰਦੇ ਨਹੀਂ ਕੋਈ ਐ ਨਹੀਂ ਹੈਗਾ, ਵੀ ਲੜਕਾ ਬਹੁਤ ਵਧੀਆ ਹੈ। ਕਿੰਨਾ ਫਰਕ ਆ ਤੁਹਾਡੀ ਉਮਰ ਦਾ? ਸਾਡਾ 7 ਸਾਲ ਦਾ ਜੀ ਇਹਨਾਂ ਦਾ। ਫਿਰ ਤਾਂ ਕੋਈ ਹਾਂਜੀ, ਹੁਣ ਤਾਂ ਕੋਈ ਲੱਗਦਾ ਨਹੀਂ, ਉਸ ਟਾਈਮ ਤੇ ਲੱਗਦਾ ਨਾ ਵੀ ਇਹ ਆਈ ਸੀ ਜੌਬ 'ਚ ਤੇ ਮੈਂ 8th 'ਚ ਸੀ। ਉਸ ਟਾਈਮ ਤੇ ਥੋੜਾ ਜਿਹਾ ਲੱਗਣ ਲੱਗ ਜਾਂਦਾ ਨਾ ਵੀ ਇਹ ਤਾਂ ਛੋਟੀ ਹੈ। ਬਾਅਦ 'ਚ ਤਾਂ 5 ਸਾਲ ਦਾ ਤਾਂ ਆਪਣਾ ਆਮ ਹੀ ਗੈਪ ਹੁੰਦਾ, ਕੋਈ ਕਦੇ ਵੀ ਨਹੀਂ ਲੱਗਿਆ ਮਤਲਬ। ਹਾਂਜੀ। ਤੇ ਜਦੋਂ ਤੁਸੀਂ ਮਤਲਬ ਤੁਹਾਡਾ ਰਿਸ਼ਤਾ ਪੱਕਾ ਹੋਇਆ ਹੈ ਨਾ, ਉਸ ਤੋਂ ਬਾਅਦ ਕਿੰਨਾ ਸਮਾਂ ਬਾਅਦ ਤੁਹਾਡਾ ਵਿਆਹ ਹੋਇਆ? ਜਦ ਹੀ ਹੋ ਗਿਆ ਕਿ ਥੋੜਾ ਅਰਸਾ? ਨਹੀਂ, ਸਾਡੇ ਤਾਂ 81 'ਚ। 3 ਸਾਲ ਮੈਂ ਪੜ੍ਹਨਾ ਸੀ ਨਾ, ਮੇਰੀ ਸਟੱਡੀ ਕੰਪਲੀਟ ਹੋ ਕੇ ਫਿਰ ਬਾਅਦ 'ਚ ਮਤਲਬ ਜਦੋਂ B.Ed ਹੋ ਗਈ ਮੇਰੀ, ਫਿਰ ਮੈਰਿਜ ਹੋ ਗਈ। ਤੇ ਕਿਵੇਂ ਜਦੋਂ ਤੁਸੀਂ ਇਹਨਾਂ ਦੇ ਘਰੇ ਆਏ ਹੈ ਨਾ, ਫਿਰ ਕਿਵੇਂ ਦਾ ਤਾਲਮੇਲ ਰਿਹਾ ਤੁਹਾਡਾ ਇਹਨਾਂ ਦੇ ਪਰਿਵਾਰ ਦੇ ਜੀਆਂ ਨਾਲ? ਜਿਵੇਂ ਉਹਨਾਂ ਨੇ ਕਿਹਾ ਕਿ ਮੇਰੀ ਭੈਣ ਦਾ ਵੀ ਉਸ ਵਕਤ ਵਿਆਹ ਹੋ ਗਿਆ ਸੀ, ਭਰਾ ਦਾ ਵੀ ਹੋ ਗਿਆ ਹੈ ਨਾ, ਤੇ ਤੁਹਾਡਾ ਫਿਰ ਇਹਨਾਂ ਦੀ ਮਦਰ ਨਾਲ? ਨਹੀਂ, ਮਦਰ ਨਾਲ ਮੇਰਾ ਬਹੁਤ ਵਧੀਆ ਰਿਹਾ ਜੀ। ਮੇਰਾ ਤਾਂ ਮਦਰ ਮਤਲਬ ਨਾ, ਇੱਕ ਸਾਡੇ ਛੋਟਾ ਬ੍ਰਦਰ ਹੈ ਜਿਹੜਾ ਵੀ ਮੇਰੇ ਸਮਝ ਲਓ ਦਰਾਣੀ ਜਿਹੜੇ ਕਹਿ ਲਓ, ਉਹ ਕੰਮ ਪ੍ਰਤੀ ਥੋੜਾ ਜਿਹਾ ਉਹਨਾਂ ਦਾ ਮਤਲਬ ਇੰਨਾ ਨਹੀਂ ਉਹ ਵੀ ਕਰ ਸਕਦੇ ਸੀ। ਤੇ ਮੇਰਾ ਕੰਮ ਪ੍ਰਤੀ ਇਹ ਸੀਗਾ ਵੀ ਥੋੜਾ ਜਿਹਾ ਰਿਸਪੌਂਸਿਬਿਲਟੀ, ਵੀ ਜੇ ਮਦਰ ਨੇ 8 ਵਜੇ ਰੋਟੀ ਖਾਣੀ ਹੈ ਤਾਂ 8 ਵਜੇ ਹੀ ਉਹਨਾਂ ਨੂੰ ਬਣਾ ਕੇ, ਜਾਂ ਮੈਂ ਸਾਰਾ ਕੰਮ ਕਿਚਨ ਵਗੈਰਾ ਦਾ ਹੋਰ ਉਹਨਾਂ ਨਾਲ ਹੈਲਪ, ਜਿਵੇਂ ਉਹ ਦਰੀਆਂ ਵਗੈਰਾ ਬੁਣਦੇ ਸੀ ਉਹ ਵੀ ਨਾਲ ਉਹਨਾਂ ਦੇ ਮੈਂ ਸਾਰਾ ਕੰਮ ਕਰ ਲੈਂਦੀ ਸੀ। ਤਾਂ ਉਹ ਮੈਨੂੰ ਐਪਰੀਸ਼ੀਏਟ ਹੀ ਕਰਦੇ ਸੀ ਵਧੀਆ। ਮੇਰੇ ਨਾਲ ਕਦੇ ਵੀ ਉਹਨਾਂ ਦੀ ਕੋਈ ਮਤਲਬ ਐ ਅਸੀਂ ਉੱਚੇ ਨੀਵੇਂ ਨਹੀਂ ਹੋਏ, ਵੀ ਵਧੀਆ ਰਿਲੇਸ਼ਨ ਰਿਹਾ ਸਾਡਾ, ਬਹੁਤ ਜ਼ਿਆਦਾ ਵਧੀਆ। ਹਾਂਜੀ। ਤੇ ਆਪਸ ਵਿੱਚ ਤੁਹਾਡੀ ਸ਼ੁਰੂਆਤ, ਮਤਲਬ ਕਈ ਵਾਰੀ ਹੁੰਦਾ ਨਾ ਕਿ ਰਿਸ਼ਤਾ ਸ਼ੁਰੂਆਤ 'ਚ ਇੰਨਾ ਵਧੀਆ ਨਹੀਂ ਸੀ, ਬਾਅਦ 'ਚੋਂ ਜਿਵੇਂ ਜਿਵੇਂ ਇੱਕ ਦੂਜੇ ਨੂੰ ਸਮਝਦੇ ਗਏ ਫਿਰ ਵਧੀਆ ਹੋਇਆ, ਜਾਂ ਬਹੁਤ ਸਾਰੇ ਜੋੜੇ ਇਹ ਵੀ ਕਹਿ ਦਿੰਦੇ ਵੀ ਸ਼ੁਰੂਆਤ 'ਚ ਵਧੀਆ ਸੀ ਫਿਰ ਉਨੀ ਮੋਹ ਮੁਹੱਬਤ ਨਹੀਂ ਰਹਿੰਦੀ ਆਪਸ ਵਿੱਚ। ਤੇ ਤੁਹਾਡਾ ਕਿਵੇਂ ਦਾ ਸੀ? ਸਾਡਾ ਤਾਂ ਮੈਨੂੰ ਆਪ ਨੂੰ ਤਾਂ ਇਹ ਲੱਗਦਾ ਜੀ, ਬਾਕੀ ਇਹ ਦੱਸਣਗੇ ਵੀ ਸਾਡਾ ਤਾਂ ਪਹਿਲਾਂ ਨਾਲੋਂ ਐਂ ਕਹਿ ਲਓ ਵੀ ਮੋਹ ਮੁਹੱਬਤ ਵੱਧ ਹੀ ਹੈ, ਮਤਲਬ ਵੱਧ ਰਿਹਾ, ਕੋਈ ਐ ਨਹੀਂ ਵੀ ਦਿਨੋਂ ਦਿਨ ਚੰਗਾ ਹੀ ਲੱਗ ਰਿਹਾ। ਵੀ ਜਿਵੇਂ ਪਹਿਲਾਂ 1-2 ਸਾਲ ਤਾਂ ਜਿਵੇਂ ਐ ਹੁੰਦਾ, ਉਮਰ ਛੋਟੀ ਹੁੰਦੀ ਹੈ, ਬੱਚਾ ਹੋਇਆ 1-2 ਸਾਲ ਥੋੜੀ ਮੋਟੀ ਪ੍ਰੋਬਲਮ ਤਾਂ ਦੇਖੋ ਆਉਂਦੀ ਹੈ, ਸਮਝ ਵੀ ਨਹੀਂ ਹੁੰਦੀ, ਖਾਸ ਨਹੀਂ ਕੋਈ ਯਾਦ। ਪਰ ਐ ਵੀ ਉਸ ਤੋਂ ਬਾਅਦ ਸਾਡਾ ਵੀ ਐ ਵਧੀਆ ਹੀ ਮਤਲਬ ਰਿਲੇਸ਼ਨ
ਵੀ ਬਹੁਤ ਹੀ ਵਧੀਆ, ਮਤਲਬ ਜਿਵੇਂ ਦੱਸੇ ਆ ਤੁਹਾਨੂੰ ਵੀ ਹੁਣ ਅਸੀਂ ਇਕੱਠੇ ਟੂਰਾਂ ਵਗੈਰਾ ਤੇ ਕਦੇ ਵੀ ਨਹੀਂ ਇਕੱਲੇ ਗਏ, ਇਕੱਠੇ ਜਾਂਦੇ ਆ, ਵਧੀਆ ਬਹੁਤ। ਤੇ ਅੰਕਲ ਤੁਹਾਨੂੰ ਕਿਵੇਂ ਲੱਗੇ ਇਹ ਜਦੋਂ, ਕਿਉਂਕਿ ਕਈ ਵਾਰੀ ਹੁੰਦਾ ਨਾ ਵੀ ਦੂਰ, ਆਪਾਂ ਜਿਵੇਂ ਗੱਲ ਕਰ ਰਹੇ ਸੀ ਵੀ ਜਦੋਂ ਪਹਿਲੀ ਵਾਰੀ ਤੁਸੀਂ ਇਹਨਾਂ ਨੂੰ ਪੁੱਛਣਾ ਸੀ ਵੀ ਮੇਰੇ ਮਦਰ ਨਾਲ ਠੀਕ ਰਹੋਗੇ, ਤਾਂ ਬੰਦਾ ਉਸ ਟਾਈਮ ਕਹਿ ਦਿੰਦਾ ਹੁੰਦਾ ਵੀ ਹਾਂ ਮੈਂ ਠੀਕ ਹੀ ਰਹੂੰ ਪਰਿਵਾਰ 'ਚ, ਨਾ। ਤੇ ਐਕਸਪੀਰੀਅੰਸ ਤਾਂ ਜਿਹੜਾ ਆਪਾਂ ਨੂੰ ਵਿਆਹ ਤੋਂ ਬਾਅਦ ਹੀ ਅਸਲ ਹੁੰਦਾ ਵੀ ਜਦੋਂ ਆਪਾਂ ਨੇੜੇ ਰਹਿਣ ਲੱਗਦੇ ਹਾਂ ਇੱਕ ਦੂਜੇ ਦੇ, ਤਾਂ ਨੇੜੇ ਰਹਿਣਾ ਵੀ ਉਨਾ ਹੀ ਵਧੀਆ ਤਜਰਬਾ ਸੀਗਾ ਕਿ ਇਹ ਸੀਗਾ ਵੀ ਨਹੀਂ, ਮਤਲਬ ਦੂਰ ਜਿਹੜਾ ਦੇਖ ਕੇ ਕਈ ਵਾਰੀ ਅਸੀਂ ਫੈਸਲੇ ਕਰ ਲੈਂਦੇ ਹਾਂ ਨਾ, ਵੀ ਉਹਦੇ 'ਚ ਲੱਗਿਆ ਵੀ ਕਿਤੇ ਹੋਰ ਸੋਚ ਲਿਆ ਜਾਂਦਾ ਜਾਂ ਹੋਰ ਇੱਕ ਵਾਰੀ ਵਿਚਾਰ ਕਰ ਲਈ ਜਾਂਦੀ। ਤੁਹਾਡਾ ਤਜਰਬਾ ਕਿਵੇਂ ਦਾ ਸੀ ਇਹਨਾਂ ਦੇ ਨਾਲ ਰਹਿਣ ਦਾ? ਮੇਰਾ ਤਜਰਬਾ ਬਹੁਤ ਠੀਕ ਰਿਹਾ, ਆਸ ਤੋਂ ਵਧੀਆ ਰਿਹਾ, ਜਿਹੜਾ ਮੈਂ ਐਕਸਪੈਕਟ ਕਰਦਾ ਸੀਗਾ। ਜਿਵੇਂ ਮੈਂ ਦੱਸਿਆ ਕਿ ਗਰੀਬੀ ਦੇ ਕਾਰਨ ਸਾਡਾ ਘਰ ਬਹੁਤ ਛੋਟਾ ਸੀਗਾ। ਐਂ ਕਹਿ ਲਓ ਕਿ ਅਸੀਂ ਇੱਕ ਕਮਰੇ 'ਚ ਹੀ ਰਹਿੰਦੇ ਸੀਗੇ, ਦੂਜੇ ਕਮਰੇ ਕੋਈ ਬਾਹਲੇ ਵਧੀਆ ਨਹੀਂ ਸੀਗੇ। ਇੱਕ 'ਚ ਬ੍ਰਦਰ ਦੁਕਾਨ ਦਾ ਕੰਮ ਕਰਦਾ ਸੀਗਾ, 3 ਕੁੱਲ ਕਮਰੇ ਸੀਗੇ। ਇੱਕ ਨਾ ਹੋਇਆ ਵਰਗਾ ਸੀ, ਉਦੋਂ ਡੂਡੀ ਜੀ ਕਹਿੰਦੇ ਸੀ ਉਹਨੂੰ ਮੰਡੀਆਂ 'ਚ, ਉਹ ਕੋਈ ਹੈ ਨਹੀਂ ਸੀਗਾ। ਤਾਂ ਉਹ ਇੱਕ ਕਮਰੇ ਜਿਹਦੇ ਵਿੱਚ ਅਸੀਂ ਰਹਿੰਦੇ ਸੀਗੇ। ਜਿਹੜੇ ਸਾਡੇ ਮਦਰ ਸੀ, ਮੈਂ ਤੁਹਾਨੂੰ ਦੱਸਿਆ ਵੀ ਉਹ ਸਰਟ ਬਹੁਤ ਸੀ, ਉਹਨਾਂ ਨੂੰ ਸੀ ਕਿ ਬੱਚੇ ਅੱਡ ਨਹੀਂ ਹੋਣੇ ਚਾਹੀਦੇ। ਮੈਂ ਥੋੜ੍ਹਾ ਜਿਹਾ ਨਾ ਯੂਰਪੀਅਨ ਕਲਚਰ ਤੋਂ ਵੀ ਪ੍ਰਭਾਵਿਤ ਹਾਂ। ਮੈਂ ਕਹਿੰਦਾ ਹੁੰਦਾ ਆਪਣੀ ਮਦਰ ਨਾਲ ਵੀ ਮਾਤਾ ਜੀ ਕਹਿੰਦਾ ਸੀ, ਤੇ ਮਾਤਾ ਜੀ ਮੈਂ ਤੁਸੀਂ ਵਿਆਹ ਹੀ ਨਾ ਕਰੋ ਤਾਂ ਜ਼ਿਆਦਾ ਠੀਕ ਹੈ। ਜੇ ਵਿਆਹ ਕਰਨਾ ਹੈ ਤਾਂ ਉਹ ਬੱਚੇ ਨੂੰ ਤੁਸੀਂ ਅੱਡ ਕਰ ਦਿਓ। ਤੇ ਮੈਂ ਤਾਂ ਵਿਆਹ ਤੋਂ ਪਹਿਲਾਂ ਆਪਦੇ ਮਾਤਾ ਜੀ ਨਾਲੋਂ ਅੱਡ ਹੋ ਗਿਆ ਸੀ। ਅੱਛਾ ਜੀ, ਇਹ ਕਿਉਂ? ਸਾਡਾ ਘਰ ਛੋਟਾ ਸੀਗਾ, ਮਤਲਬ ਰੋਟੀ ਤਾਂ ਉੱਥੇ ਹੀ ਖਾਂਦਾ ਸੀਗਾ। ਉਹ ਜਦੋਂ ਮੇਰੇ ਛੋਟੇ ਬ੍ਰਦਰ ਦੀ ਮੈਰਿਜ ਹੋ ਗਈ ਤੇ ਕਮਰਾ ਤਾਂ ਇੱਕ ਸੀ ਘਰ 'ਚ। ਮੈਂ ਕਿਹਾ ਮਾਤਾ ਜੀ ਇਸ ਗੱਲ ਨੂੰ ਸਮਝਦੇ ਸੀ ਵੀ ਆਪਣੇ ਇਹ ਗੁਆਂਢ ਵਾਲਿਆਂ ਦੇ ਵੀ ਇੱਕ ਕਮਰੇ 'ਚ ਰਹਿੰਦੇ ਇੰਨੇ ਜਣੇ, ਇੱਧਰਲੇ ਗੁਆਂਢ ਵਾਲੇ ਵੀ ਇੰਨੇ ਰਹਿੰਦੇ ਆ। ਇਹ ਮੈਂ ਕਿਹਾ ਉਹਨਾਂ ਦੇ ਵਿਚਾਰ ਹੋਣਗੇ, ਮੇਰੇ ਇਹ ਵਿਚਾਰ ਨਹੀਂ ਹੈ ਵੀ ਉਹ ਮੇਰਾ ਛੋਟਾ ਬ੍ਰਦਰ ਹੈ, ਉਹਦੀ ਮੈਰਿਜ ਹੋ ਗਈ ਵੀ ਉਹ ਕਮਰੇ 'ਚ ਆਪਣੇ ਨਾ ਪਵੇ। ਉਹਨੂੰ ਉਨੀ ਕੁ ਆਜ਼ਾਦੀ ਤਾਂ ਚਾਹੀਦੀ ਹੈ ਨਾ। ਤੁਸੀਂ ਦੂਜੇ ਕਮਰੇ 'ਚ ਪਏ ਜਿਹਨੂੰ ਠੀਕ ਸਮਝਦੇ ਹੋ, ਮੈਂ ਉਹ ਕਮਰੇ ਨੂੰ ਕਮਰਾ ਨਹੀਂ ਸਮਝਦਾ। ਮੈਂ ਇੱਥੇ ਛੋਟਾ ਜਿਹਾ ਕਮਰਾ ਗੁਆਂਢ 'ਚ ਕਿਰਾਏ 'ਤੇ ਲੈ ਲੈਣਾ ਨਾਲ ਹੀ। ਅਤੇ ਇਹਦੇ ਵਿੱਚ ਮੈਂ ਕਿਹਾ ਕੋਈ ਮੈਨੂੰ ਤਾਂ ਟੈਕਨੀਕਲੀ ਠੀਕ ਲੱਗਦੀ ਹੈ ਗੱਲ, ਕੋਈ ਗਲਤ ਨਹੀਂ ਲੱਗਦੀ। ਤਾਂ ਮੈਂ ਭਾਵੇਂ ਆਪਣੇ ਮਾਤਾ ਜੀ ਦੀ ਕਦਰ ਕਰਦਾ ਸੀਗਾ, ਪਰ ਜਿਹੜੀ ਗੱਲ ਮੈਨੂੰ ਠੀਕ ਲੱਗਦਾ ਸੀ ਮੈਂ ਉਹ ਵੀ ਕਰਦਾ ਸੀ। ਜਿਵੇਂ ਮੰਨ ਲਓ ਉਹਨਾਂ ਨੂੰ ਮੇਰਾ ਪ੍ਰੋਗਰੈਸਿਵ ਯੂਨੀਅਨਾਂ ਦੇ ਵਿੱਚ ਤੁਰਨਾ ਚੰਗਾ ਨਹੀਂ ਲੱਗਦਾ ਸੀ, ਪਰ ਮੈਂ ਇਹ ਰੁਕਦਾ ਨਹੀਂ ਸੀ। ਅੱਛਾ, ਜਾਂਦਾ ਸੀਗਾ। ਅਤੇ ਉਸ 'ਚੋਂ ਜਦੋਂ ਆਪਣਾ ਜਿਹੜਾ ਸੀਗਾ ਕਿ ਕਿਵੇਂ ਤਜਰਬਾ ਰਿਹਾ, ਤਾਂ ਫਿਰ ਮੈਰਿਜ ਤੋਂ ਪਹਿਲਾਂ ਹੀ ਮੈਂ ਇੱਕ ਛੋਟਾ ਜਿਹਾ ਘਰ ਬਣਾ ਲਿਆ ਸੀ। ਅੱਛਾ ਜੀ। 80 ਦੇ ਵਿੱਚ 81 ਸਾਡੀ ਮੈਰਿਜ ਹੁੰਦੀ ਹੈ। ਉਹ ਆਪਣੇ ਸੀਗਾ ਬਹੁਤ ਹੀ ਸਧਾਰਨ, ਕੱਚਾ ਜਿਹਾ, ਮਤਲਬ ਫਰਸ਼ ਨਹੀਂ ਸੀਗੇ। ਇੱਕ ਐਂ ਕਹਿ ਲਓ ਵੀ ਇੱਕ ਮਕਾਨ ਬਣ ਗਿਆ ਸੀ ਵੀ ਜੇ ਮੈਰਿਜ ਹੁੰਦੀ ਹੈ ਤਾਂ ਅਸੀਂ ਇੱਥੇ ਅੱਡ ਰਹਿ ਜਾਂਗੇ, ਕਿਉਂਕਿ ਕਮਰੇ 'ਚ ਫਿਰ ਰਹਿਣਾ ਮੁਸ਼ਕਿਲ ਹੋ ਜਾਊਗਾ। ਅਸੀਂ ਸਾਲ ਉਸ ਪਰਿਵਾਰ 'ਚ 2 ਸਾਲ ਰਹੇ ਇਕੱਠੇ। ਉਹ ਕਮਰਾ ਵੀ ਸਾਡੇ ਕੋਲ ਸੀਗਾ, ਮੁੱਲ ਲਿਆ ਹੋਇਆ ਸੀ, ਕਿਰਾਏ 'ਤੇ ਨਹੀਂ ਸੀ। ਉਹ ਮਾਤਾ ਜੀ ਸੀ ਕਹਿੰਦੇ ਵੀ ਜੇ ਆਪਾਂ ਕਮਰਾ ਲਵਾਂਗੇ ਤਾਂ ਕਿਰਾਏ 'ਤੇ ਨਹੀਂ, ਮੁੱਲ ਲੈ ਲੈਂਦੇ ਹਾਂ ਗੁਆਂਢ 'ਚ ਕੋਈ ਕਮਰਾ ਜੈਸੇ। ਅਸੀਂ ਉੱਥੇ ਬੈਠ ਬੂਠ ਜਾਂਦੇ ਸੀ, ਡੇ ਟਾਈਮ 'ਚ ਵੀ, ਸ਼ਾਮ ਨੂੰ ਵੀ, ਡਿਊਟੀ 'ਤੇ ਚਲੇ ਜਾਂਦੇ। ਤਾਂ ਥੋੜ੍ਹੇ ਚਿਰ ਬਾਅਦ ਜਦੋਂ ਅਸੀਂ ਉਸ ਘਰ ਦੇ ਵਿੱਚ ਚਲੇ ਗਏ ਤਾਂ ਮਾਤਾ ਜੀ ਨੂੰ ਤਾਂ ਇਹ ਸੀਗਾ ਵੀ ਤੁਸੀਂ ਜਾਓ ਨਾ, ਗੁੱਸੇ ਸੀਗੇ। ਤਾਂ ਵੀ ਛੋਟੇ ਬ੍ਰਦਰ ਨਾਲ ਰਹੂੰ ਮੈਂ। ਤਾਂ ਫਿਰ ਮੈਨੂੰ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੋਇਆ ਸੀਗਾ ਕਿ ਪ੍ਰੈਕਟੀਕਲੀ ਮੈਨੂੰ ਪਤਾ ਸੀ ਵੀ ਮਾਤਾ ਜੀ ਮੇਰੇ ਬਿਨਾਂ ਨਹੀਂ ਰਹਿ ਸਕਦੇ, ਮੈਂ ਵੀ ਨਹੀਂ ਉਹਨਾਂ ਬਿਨਾਂ ਰਹਿ ਸਕਦਾ। ਮੈਂ ਉਹਨਾਂ ਖਾਤਰ ਪੜ੍ਹਾਈ ਵੀ ਛੱਡੀ। ਇੱਕ ਕਈ ਵਾਰੀ ਵਿੱਚ ਦੇ ਇਸ਼ੂ ਅੱਡ ਆ ਜਾਂਦੇ ਆ, ਆਪਾਂ ਚੱਲ ਰਹੇ ਹਾਂ। ਅਤੇ ਉਹਨਾਂ ਨੇ ਫਿਰ ਅਸੀਂ ਤਿੰਨੇ ਉੱਧਰ ਚਲੇ ਗਏ। ਇੱਕ ਬੱਚਾ ਵੀ ਉਦੋਂ ਨੂੰ ਸਾਡੇ ਕੋਲ ਹੋ ਗਿਆ ਸੀ। ਅਸੀਂ ਚਾਰੇ ਉੱਧਰ ਚਲੇ ਗਏ। ਜਦੋਂ ਅਸੀਂ ਉੱਧਰ ਚਲੇ ਗਏ ਸਾਡਾ ਉਦੋਂ ਬਾਅਦ ਕੋਈ ਦਿੱਕਤ ਨਹੀਂ ਹੈਗੀ। ਥੋੜ੍ਹੀਆਂ ਬਸ ਜਿਹੜੀ ਗੱਲ ਮੇਨ ਆਈ, ਉਹ ਚਾਹੁੰਦੇ ਸੀ ਵੀ ਪਰਿਵਾਰ ਇੱਕ ਥਾਂ 'ਤੇ ਰਹੇ, ਜਿਹਦੇ ਉੱਤੇ ਮੇਰਾ ਡਿਫਰੈਂਸ ਆਫ ਓਪੀਨੀਅਨ ਸੀਗਾ।
ਸਰਟਨਲੀ ਕਈ ਵਾਰੀ ਛੋਟੇ ਘਰ ਜਿਵੇਂ ਆਪਾਂ ਕਹਿੰਦੇ ਹਾਂ, ਬਹੁਤ ਛੋਟਾ ਘਰ ਸੀ ਨਾ, 100 ਗਜ ਦੇ ਵਿੱਚ ਹੀ ਦੁਕਾਨ ਕਰਦੇ ਸੀ। ਤਾਂ ਫਿਰ ਇਸ ਟਾਈਪ ਦੀਆਂ ਕੋਈ ਸਮੱਸਿਆਵਾਂ ਜੀ ਉਹ ਮੁੱਢ 'ਚ ਜੀ ਸਾਨੂੰ ਥੋੜ੍ਹਾ ਜਿਹਾ ਜਿਵੇਂ ਆਪਾਂ ਕਹਿੰਦੇ ਹਾਂ ਬੇਸਵਾਦਾ ਆ ਹੋ ਜਾਂਦਾ, ਜਿਹੜਾ ਟਾਈਮ ਲੋਕਾਂ ਨੂੰ ਕਈ ਵਾਰੀ ਬਹੁਤ ਵਧੀਆ ਲੱਗਦਾ। ਹਾਂ, ਮੈਨੂੰ ਉਹ ਟਾਈਮ ਕੁਛ ਐਡਜਸਟ ਕਰਨਾ ਪਿਆ। ਉਦੋਂ ਬਾਅਦ ਕਿਉਂਕਿ ਕੋਈ ਮੈਨੂੰ ਐ ਨਹੀਂ ਹੈ ਵੀ ਬਹੁਤ ਲਗਜ਼ਰੀ ਵਾਲੀ ਲਾਈਫ ਹੋਵੇ, ਅੱਜ ਵੀ ਮੈਨੂੰ ਨਹੀਂ ਲੱਗਦਾ। ਨਾ ਖਾਣ ਪੀਣ 'ਚ ਮੈਨੂੰ ਸਧਾਰਨ ਚਟਨੀਆਂ ਵਾਲੀਆਂ ਰੋਟੀਆਂ, ਸਧਾਰਨ ਗੁੜ ਵਾਲੀ ਚਾਹ, ਉਵੇਂ ਰਹਿ ਸਕਦਾ, ਉਹੋ ਜਿਹੇ ਕੱਪੜੇ ਪਾ ਸਕਦਾ। ਔਰ ਲਗਜ਼ਰੀ ਹੁਣ ਬਾਈ ਚਾਂਸ ਜਿਵੇਂ ਕੋਈ ਗਿਵਨ ਹਾਲਤਾਂ ਲਿਬਰਲਾਈਜੇਸ਼ਨ ਦੀਆਂ ਪਾਲਿਸੀ 'ਚ ਆ ਗਈਆਂ, ਬੱਚਿਆਂ ਨੂੰ ਆ ਗਈਆਂ, ਜਾਂ ਗੌਰਮੈਂਟ ਕੁਛ ਵੀ ਕਹਿ ਲਓ ਵੀ ਉਹ ਜੇ ਉਹ ਵੀ ਹੈਗੀਆਂ ਤਾਂ ਠੀਕ ਹੈ, ਪਰ ਇਹ ਨਾ ਹੁਣ ਤਾਂ ਵੀ ਕੋਈ ਦਿੱਕਤ ਨਹੀਂ। ਤਾਂ ਇਹਨਾਂ ਦੇ ਨਾਲ ਜੋ ਸੀਗਾ ਹੁਣ ਤੱਕ ਜੋ ਸਮੇਂ ਦੇ ਸਿਕੁਐਂਸ ਬਣਦੇ ਗਏ, ਅਸੀਂ ਇੱਕ ਦੂਜੇ ਦੇ ਵੱਧ ਨੇੜੇ ਆਏ ਗਏ। ਵੱਧ ਨੇੜੇ ਦੇ ਮਨ ਕਿ ਬੱਚਾ ਸਾਡਾ ਪੜ੍ਹਦਾ ਸੀਗਾ, ਸਾਡਾ ਪਹਿਲਾਂ ਉੱਧਰ ਧਿਆਨ ਸੀ, ਉਹ ਇੰਡੀਪੈਂਡੈਂਟ ਹੋ ਕੇ ਆਪਣੀ ਜੌਬ 'ਤੇ ਆ ਗਿਆ, ਉਹਨੇ ਸਾਨੂੰ ਕੋਈ ਤਕਲੀਫ ਨਹੀਂ ਦਿੱਤੀ, ਕੋਈ ਨਸ਼ਾ ਨਹੀਂ ਕਰਦਾ, ਜੈ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਕਰਦਾ। ਨਸ਼ੇ ਦੀਆਂ ਵੀ ਡੈਫੀਨੇਸ਼ਨਾਂ ਆਉਂਦੀਆਂ। ਤਾਂ ਅਸੀਂ ਆਪਸ ਵਿੱਚ ਮਦਰ ਦੀ ਡੈਥ ਹੋ ਗਈ, ਤਾਂ ਅਸੀਂ ਦੋਨੇ ਆਪਸ ਵਿੱਚ ਜ਼ਿਆਦਾ ਨੇੜੇ ਆਈਏ। ਅਤੇ ਬੱਚੇ ਦੀ ਮੈਰਿਜ ਹੋ ਗਈ, ਜਿਵੇਂ ਹੁਣ 10 ਸਾਲ ਹੋ ਗਏ, ਤਾਂ 12 ਸਾਲ ਹੋ ਗਏ ਉਹਦੀ ਮੈਰਿਜ ਹੋਈ ਨੂੰ, ਤਾਂ ਅਸੀਂ ਹੁਣ ਉੱਥੇ ਜ਼ਿਆਦਾ ਇਕੱਲੇ ਹੁੰਦੇ ਹਾਂ। ਤਾਂ ਸਰਟਨਲੀ ਅਸੀਂ ਇਹ ਕਹਿ ਸਕਦੇ ਹਾਂ ਵੀ ਅਸੀਂ ਇੱਕ ਦੂਜੇ ਨੂੰ ਵੱਧ ਸਮਝਦੇ ਹਾਂ, ਇੱਕ ਦੂਜੇ ਨੂੰ ਵੱਧ ਰਿਸਪੈਕਟ ਕਰਦੇ ਹਾਂ, ਉਹ ਕਰਦੇ ਹਾਂ, ਟਾਈਮ ਦਿੰਦੇ ਹਾਂ। ਤਾਂ ਉਸ ਟਾਈਪ 'ਤੇ ਤਾਂ ਮੈਨੂੰ ਤਾਂ ਲੱਗਦਾ ਵੀ ਸਾਡਾ ਰਿਸ਼ਤਾ ਵਧੀ ਜਾ ਰਿਹਾ। ਜਿਵੇਂ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ ਨਾ ਵੀ ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਤਾਂ 3-4 ਬੱਚਿਆਂ ਦਾ ਵੀ ਸੀਗਾ ਕਿ ਲੋਕ 4 ਬੱਚੇ ਵੀ ਪੈਦਾ ਕਰਦੇ ਸੀ, 3 ਵੀ ਕਰਦੇ ਸੀ, 2 ਤਾਂ ਚਲੋ ਹੁਣ ਦੇ ਸਮੇਂ 'ਚ ਵੀ ਆਪਾਂ ਜ਼ਰੂਰਤ ਸਮਝਦੇ ਹਾਂ ਕਿ 2 ਬੱਚੇ ਹਰ ਬੰਦੇ ਦੇ ਹੋਣੇ ਚਾਹੀਦੇ ਆ। ਅਤੇ ਤੁਸੀਂ ਇੱਕੋ ਬੱਚੇ ਨੂੰ ਅਹਿਮੀਅਤ ਦਿੱਤੀ ਹੈ ਨਾ, ਇਹ ਫੈਸਲਾ ਤੁਹਾਡਾ ਦੋਵਾਂ ਦਾ ਸੀਗਾ ਜਾਂ ਫਿਰ ਮਤਲਬ ਕੁਛ ਕੁ ਚੀਜ਼ਾਂ ਇਹ ਹੁੰਦੀਆਂ ਨੇ ਕਿ ਕਈ ਵਾਰੀ ਵਾਈਫ ਚਾਹੁੰਦੀ ਹੁੰਦੀ ਹੈ ਇੱਕ ਬੱਚਾ ਹੋਰ ਹੋਵੇ, ਪਰ ਆਪਾਂ ਇਕਨੋਮਿਕਲ ਚੀਜ਼ਾਂ ਨੂੰ ਦੇਖਦੇ ਹੋਏ ਜਾਂ ਹੋਰ ਬਹੁਤ ਸਾਰੇ ਕਾਰਨ ਹੋ ਜਾਂਦੇ ਆ। ਤੁਹਾਡਾ ਕਾਰਨ ਜਾਂ ਤੁਹਾਡੀ ਸੋਚ ਕੀ ਸੀ ਇੱਕ ਬੱਚਾ ਰੱਖਣ ਦੀ?